जी का खालसा वाहिगुरु जी की फतेह। सो ਅਸੀਂ ਮਹਾਰਾਜ ਦੀ ਕਿਰਪਾ ਦੇ ਨਾਲ ਰੀਡਰਸ ਆਰ ਲੀਡਰਸ ਦੇ 4th ਡੇ ਇਕੱਠੇ ਹੋਏ ਹਾਂ। ਸੋ ਆਓ ਜਾਪ ਤੇ ਕੀਰਤਨ ਦੇ ਨਾਲ ਸ਼ੁਰੂਆਤ ਕਰਦੇ ਹਾਂ। ਜਾਪ ਕਰਨਗੇ ਜਸਬੀਰ ਕੌਰ ਜੀ ਲੁਧਿਆਣਾ ਤੋਂ। ਆਓ ਜੀ। हाँ जी। जी का खालसा वाहिगुरु जी की फतेह। एक ओंकार सतनाम करता वाहिगुरु जी की फतेह। बोले सो रिहाल। सत श्री अकाल। सो ऐ ਸੀਗੇ ਰੁਪਿੰਦਰ ਕੌਰ ਜੀ ਤੇ ਜਸਬੀਰ ਕੌਰ ਜੀ। ਸਪੌਟਲਾਈਟ ਤੇ ਲਿਆਓ ਜੀ ਉਹਨਾਂ ਨੂੰ। ਸਾਰੇ ਪਰਿਵਾਰ ਤੁਹਾਡੇ ਨਾਲ ਬੈਠਾ ਹੈ ਜੀ। ਅਨਮਿਊਟ ਕਰ ਦਿਓ ਉਹਨਾਂ ਨੂੰ। ਸਾਰਾ ਪਰਿਵਾਰ ਬੈਠਾ ਜੀ ਤੁਹਾਡੇ ਨਾਲ। ਹਾਂਜੀ ਹਾਂਜੀ ਗ੍ਰੇਟ ਗ੍ਰੇਟ। ਸੋ ਇਹ ਸਾਰੇ ਬੱਚੇ ਵੀ ਲੋਕਡਾਊਨ ਦੇ ਵਿੱਚ ਇਕੱਠੇ ਹੋ ਕੇ ਹਨਾ ਸੰਗਤ ਕਰਦੇ ਹੈਗੇ ਤੁਸੀਂ ਸਾਰੇ। ਹਾਂਜੀ ਸਾਡੀ ਜੁਆਇੰਟ ਫੈਮਿਲੀ ਹੈ ਤੇ ਸਾਰੇ ਕਜ਼ਨਸ ਨੇ। ਗ੍ਰੇਟ ਗ੍ਰੇਟ। ਬਹੁਤ ਧੰਨਵਾਦ ਜੀ। ਬਹੁਤ ਹੀ ਆਨੰਦ ਆਇਆ ਤੁਹਾਡੇ ਨਾਲ ਜਾਪ ਕਰਕੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਕੀਰਤਨ ਸਾਨੂੰ ਅੰਤਰਲੀਨ ਕੌਰ ਜੀ ਤੇ ਉਹਨਾਂ ਦਾ ਪਰਿਵਾਰ ਸਰਵਨ ਕਰਵਾਉਣਗੇ। ਇਹਨਾਂ ਦਾ ਸ਼ਬਦ ਹੈ ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
खालसा वाहिगुरु जी की फतेह। बोले सो निहाल, सत श्री अकाल। सो ऐसी के अंतरलीन कौर जी, जैस्मीन कौर जी, गगनदीप कौर जी ਦਾ परिवार। सो अंतरलीन तुसी 7th स्टैंडर्ड विच हो है ना? 8th ਵੱਡੇ ਹੋ ਗਏ ਤੇ ਜੈਸਮੀਨ 10th ਵਿੱਚ और गगन 4th। पर मैं गगन ਦਾ ਸ਼ਬਦ ਨਹੀਂ ਹਜੇ ਤੱਕ ਸੁਨਿਆ, ਸਾਰੀ ਸੰਗਤ ਨੇ ਹੀ ਨਹੀਂ ਸੁਨਿਆ, ਬਾਕੀ ਦੋਨਾਂ ਦਾ ਤਾਂ ਸੁਣ ਲਿਆ ਸੀ। ਸੋ ਅਸੀਂ ਵੇਟ ਕਰ ਰਹੇ ਹਾਂ ਹੁਣ ਤੁਹਾਡੀ। ਜਦੋਂ ਤੁਸੀਂ ਸੇਵਾ ਲਾਓਗੇ ਜੀ ਉਹ ਵੀ ਕਰੇਗੀ ਜੀ। ਚਲੋ ਗ੍ਰੇਟ, ਫਿਰ ਸਾਨੂੰ ਤੁਸੀਂ ਦੱਸ ਦੇਣਾ ਕਦੋਂ ਕਰਨਾ ਹੈ, ਅਸੀਂ ਸਭ ਤੋਂ ਪਹਿਲੇ ਇਹਨਾਂ ਦੀ। ਠੀਕ ਹੈ ਜੀ, ਗ੍ਰੇਟ ਗ੍ਰੇਟ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਆਓ ਅਸੀਂ ਆਪਣੇ ਸੈਸ਼ਨ ਵੱਲ ਵਧਦੇ ਹਾਂ ਤੇ ਟੌਡ ਮੈਜਿਕ ਤੋਂ ਸ਼ੁਰੂ ਕਰਦੇ ਹਾਂ। ਮੈਂ ਆਪਣੀ ਸਕਰੀਨ ਇੱਕ ਵਾਰੀ ਸ਼ੇਅਰ ਕਰ ਦਿਆਂ। ਸੋ ਅੱਜ ਦਾ ਜੋ
थॉट है वो है यू विल बी ट्रांसफॉर्म्ड बाय व्हाट यू रीड। ਇਹ ਲਿਖਿਆ ਹੈਗਾ ਦੀਪਕ ਚੋਪੜਾ ਨੇ। ਸੋ ਇਹ ਕਹਿ ਰਹੇ ਨੇ ਟਰਾਂਸਫਾਰਮ ਦਾ ਕੀ ਮਤਲਬ ਹੁੰਦਾ ਜੀ? ਤਬਦੀਲੀ, ਕਿਸੇ ਚੀਜ਼ ਦੇ ਵਿੱਚ ਚੰਗਾ ਬਦਲਾਵ ਆਣਾ। ਸੋ ਇਹ ਕਿੱਥੇ ਕਿੱਥੇ ਚੰਗਾ ਬਦਲਾਵ ਆ ਰਿਹਾ ਹੈ, ਅਸੀਂ ਇਹ ਪਹਿਲੇ ਵਾਲੇ ਥੋੜੇ ਜਿਹੇ ਸੈਸ਼ਨਸ ਦੇ ਵਿੱਚ ਸੁਣਿਆ ਹੈਗਾ। ਜਿਹੜੇ ਅਸੀਂ ਐਡਵਾਂਟੇजेस ਪੜ੍ਹੇ ਹੈਗੇ ਨੇ ਰੀਡਿੰਗ ਦੇ, ਉਹ ਮਤਲਬ ਸਾਡੇ ਚੰਗਾ ਬਦਲਾਵ ਹੀ ਆ ਰਿਹਾ ਹੈ। ਪਰ ਅਗਰ ਥੋੜਾ ਹੋਰ ਦੇਖੀਏ ਤੇ ਮੈਨੂੰ ਲੱਗਦਾ ਹੈ ਕਿ ਬ੍ਰੌਡ ਕੈਟੇਗਰੀਜ਼ ਕਮਿਊਨੀਕੇਸ਼ਨ ਸਕਿੱਲਸ ਦੇ ਉੱਪਰ ਸਾਡਾ ਬਹੁਤ ਜ਼ਿਆਦਾ ਅਸਰ ਹੁੰਦਾ ਹੈ। ਮੈਂ ਸੋਚ ਰਹੀ ਸੀ ਕਿ ਇਹ ਕਿਵੇਂ ਹੁੰਦਾ ਹੈਗਾ ਕਿ ਮੈਂ ਰੀਡਿੰਗ ਕਰ ਰਹੀ ਹੈ। ਮੇਰੀ ਆਵਾਜ਼ ਆ ਰਹੀ ਹੈ ਜੀ? ਜਸਵੰਤ ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਆ ਰਹੀ ਹੈ ਜੀ। ਓਕੇ। ਸੋ ਕਮਿਊਨੀਕੇਸ਼ਨ ਸਕਿੱਲਸ ਦੇ ਵਿੱਚ ਮੈਨੂੰ ਲੱਗ ਰਿਹਾ ਸੀਗਾ ਵੀ ਏਦਾਂ ਕਿੱਦਾਂ ਹੋ ਜਾਂਦਾ ਹੈਗਾ ਕਿ ਮੈਂ ਰੀਡਿੰਗ ਕਰ ਰਹੀ ਹੈਗੀ ਤੇ ਮੇਰੀ ਕਮਿਊਨੀਕੇਸ਼ਨ ਸਕਿੱਲਸ ਅੱਛੀਆਂ ਹੋ ਜਾਣ, ਜਾਂ ਮੈਂ ਕਿਸੇ ਇੱਕ ਹੋਰ ਜਿਹੜਾ ਰੀਡਿੰਗ ਨਹੀਂ ਕਰ ਰਿਹਾ ਉਸ ਤੋਂ ਕਿਵੇਂ ਬੈਟਰ ਹੈਗੀ ਆ। ਸੋ ਉਹ ਮੈਨੂੰ ਐਂ ਲੱਗ ਰਿਹਾ ਸੀਗਾ ਕਿ ਥੋਟਸ ਮੇਰੇ ਵਿੱਚ ਵੀ ਆ ਰਹੀ ਹੈ, ਥੋਟਸ ਅਗਲੇ ਵਿੱਚ ਵੀ ਆ ਰਹੀ ਹੈਗੀ ਹੈ, ਪਰ ਮੇਰੀ ਥੋਟਸ ਕੋਈ ਬਹੁਤੀ ਖਿਲਾਰਾ ਪਿਆ ਹੋਇਆ ਹੈ ਮਤਲਬ ਉਹਨਾਂ ਥੋਟਸ ਦੇ ਵਿੱਚ। ਜਦਕਿ ਜਿਹੜਾ ਰੀਡਿੰਗ ਕਰ ਰਿਹਾ ਹੁੰਦਾ ਹੈ ਉਹਦੇ ਬ੍ਰੇਨ ਨੂੰ ਪਤਾ ਲੱਗ ਜਾਂਦਾ ਹੈਗਾ ਵੀ ਸੈਂਟੈਂਸ ਨੂੰ ਫਾਰਮ ਕਿੱਦਾਂ ਕਰਨਾ ਹੈ। ਉਹਦੇ ਬ੍ਰੇਨ ਨੂੰ ਇੱਕ ਤਰੀਕਾ ਆ ਜਾਂਦਾ ਹੈਗਾ ਕਿ ਕਿਵੇਂ ਅਸੀਂ ਆਪਣੀ ਗੱਲ ਅਗਲੇ ਤੱਕ ਪਹੁੰਚਾਣੀ ਹੈਗੀ ਹੈ, ਜਿਹੜਾ ਬਿਨਾਂ ਰੀਡਿੰਗ ਤੋਂ ਥੋੜਾ ਔਖਾ ਹੁੰਦਾ ਹੈਗਾ, ਉਹ ਨਹੀਂ ਆਉਂਦਾ ਹੈਗਾ। ਸੋ ਏਦਾਂ ਸਾਡੀ ਕਮਿਊਨੀਕੇਸ਼ਨ ਸਕਿੱਲਸ ਮੈਨੂੰ ਲੱਗਦਾ ਹੈ ਇੰਪਰੂਵ ਹੁੰਦੀਆਂ ਤੇ ਅਸੀਂ ਐਵੇਂ ਟਰਾਂਸਫਾਰਮ ਹੁੰਦੇ ਹੈਗੇ ਆ। ਡਿਪੈਂਡਸ ਕਿ ਆਪਾਂ ਕੀ ਚੀਜ਼ ਪੜ੍ਹ ਰਹੇ ਹਾਂ। ਤੇ ਦੂਸਰਾ ਯਾਦਾਸ਼ਤ ਸ਼ਕਤੀ, ਸਾਡੀ ਮੈਮਰੀ ਪਾਵਰ। ਇਹ ਰਿਸਰਚ ਹੋ ਚੁੱਕੀ ਹੈ ਕਿ ਸਾਡੀ ਜਿਹੜੀ ਮੈਮਰੀ ਹੈਗੀ ਹੈ ਹਨਾ, ਉਹ ਵਿਦ ਏਜ ਉਹਨੇ ਡਿਕਲਾਈਨ ਕਰਨੀ ਹੈ। ਪਰ ਜਿਹੜੇ ਰੀਡਰਸ ਹੁੰਦੇ ਨੇ 32% ਉਹਨਾਂ ਦੀ ਜਿਹੜੀ ਮੈਮਰੀ ਪਾਵਰ ਹੈਗੀ ਹੈ, ਜਿਹੜੀ ਉਹ ਡਿਕਲਾਈਨਿੰਗ ਸਪੀਡ ਹੈਗੀ ਹੈ, ਉਹ 32% ਤੱਕ ਲਾਈਕ ਇੰਪਰੂਵਡ ਰਹਿੰਦੀ ਹੈਗੀ ਹੈ। ਉਹ ਘਟਦੀ ਬਹੁਤ ਸਲੋ ਸਪੀਡ ਦੇ ਨਾਲ ਹੈਗੀ ਹੈ। ਸੋ ਯੂ ਨੋ ਸਾਡੀ ਮੈਮਰੀ ਤੇ ਕਿੰਨਾ ਜ਼ਿਆਦਾ ਅਸਰ ਕਰਦੀ ਹੈਗੀ ਹੈ। ਸੋ ਆਈ ਥਿੰਕ ਏਦਾਂ ਕਰਕੇ ਮੇਰੇ ਬ੍ਰੇਨ ਦੇ ਵਿੱਚ, ਮੇਰੇ ਸਟਰਕਚਰ ਦੇ ਵਿੱਚ, ਬ੍ਰੇਨ ਦੇ ਸਟਰਕਚਰ ਦੇ ਵਿੱਚ ਹੀ ਸੱਚੀ ਟਰਾਂਸਫਾਰਮੇਸ਼ਨਸ ਹੋ ਰਹੀਆਂ ਹੁੰਦੀਆਂ ਨੇ। ਉਹਦੇ ਜਿਹੜਾ ਫਿਜ਼ੀਕਲੀ ਅਸੀਂ ਉਹਨੂੰ ਟੱਚ ਕਰ ਸਕਦੇ ਹੈਗੇ ਆ ਹਨਾ, ਉਹਨੂੰ ਅਸੀਂ ਸਕੈਨ ਕਰ ਸਕਦੇ ਹੈਗੇ ਆ ਤੇ ਉਹਦੇ ਵਿੱਚ ਟਰਾਂਸਫਾਰਮੇਸ਼ਨਸ ਹੋ ਰਹੀਆਂ ਹੋਈਆਂ ਨੇ। ਦੂਸਰਾ ਮੈਂ ਪੁੱਛ ਰਹੀ ਸੀਗੀ ਉਹਨਾਂ ਰੀਡਰਸ ਨੂੰ ਜਿਹੜੇ ਬਹੁਤ ਰੀਡਿੰਗ ਕਰਦੇ ਨੇ ਵੀ ਤੁਹਾਡੀ ਲਾਈਫ ਦੇ ਵਿੱਚ ਕਿਵੇਂ ਟਰਾਂਸਫਾਰਮੇਸ਼ਨ ਹੋਈਆਂ ਨੇ, ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ। ਇੱਕ ਆਡੀਓ ਮੈਸੇਜ ਹੈਗਾ ਜਨਨਤ ਕੌਰ ਦੀਦੀ ਦਾ, ਤੇ ਪਹਿਲੇ ਵੀ ਇੱਥੇ ਆਏ ਹੋਏ ਨੇ, ਸਾਨੂੰ ਇਹਨਾਂ ਨੇ ਆਪਣਾ ਸੈਸ਼ਨ ਆਪਾਂ ਅਟੈਂਡ ਕੀਤਾ ਹੈਗਾ, ਨਾਲ ਦੇ ਜੋਤ ਵੀਰ ਜੀ ਸਨ। ਬਟ ਇਹ ਥੋੜਾ ਜਿਹਾ ਇਨਫੋਰਮਲ ਆਡੀਓ ਹੈਗੀ ਹੈ, ਇਹਨਾਂ ਨੂੰ ਆਈਡੀਆ ਨਹੀਂ ਸੀਗਾ ਸਾਨੂੰ ਕਿ ਇੱਥੇ ਪ੍ਰੈਜ਼ੈਂਟ ਕਰ ਦੇਵਾਂਗੇ ਅਸੀਂ। ਸੋ ਵਿੱਚ ਥੋੜੇ ਇੰਗਲਿਸ਼ ਦੇ ਵਰਡਸ ਹੋਣਗੇ ਤੇ ਮੈਂ ਨਾਲ ਉਹਨਾਂ ਦੇ ਮੀਨਿੰਗਸ ਲਿਖ ਲੈਣੇ, ਤੁਸੀਂ ਨਾਲ ਨਾਲ ਪੜ੍ਹ ਸਕਦੇ ਹੈਗੇ ਹੋ। ਸੋ ਇੱਕ ਰੀਡਰ ਨੂੰ ਅਸੀਂ ਸੁਣਿਆ ਕਿ ਉਹਨਾਂ ਨੂੰ ਕਿਵੇਂ ਟਰਾਂਸਫਾਰਮ ਕੀਤਾ ਹੈ ਜੀ। ਸੁਣ ਰਹੇ ਜੀ? ਆਡੀਓ ਸੁਣ ਰਹੀ ਸੀਗੀ? ਹਾਂਜੀ। ਹੈਲੋ ਜਸਲੀਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਛਾ, ਮੈਂ ਦੋ ਬੁੱਕਸ ਬਾਰੇ ਦੱਸਾਂਗੀ। ਇੱਕ ਮੈਂ ਸਕੂਲ ਟਾਈਮ ਵਿੱਚ ਪੜ੍ਹੀ ਸੀ, ਬ੍ਰਿਜਪਾਲ ਅੰਕਲ ਨੇ ਰੈਕਮੈਂਡ ਕੀਤੀ ਸੀ, ਲੈਂਗੁਏਜ ਆਫ ਗੋਡ ਬਾਈ ਫ੍ਰਾਂਸਿਸ ਕੋਲਿੰਸ। ਸੋ ਇਹ ਨਾ ਇੱਕ ਵਰਲਡ ਫੇਮਸ ਜੈਨੇਟਿਸਿਸਟ ਹੈ, ਬਾਇਓਲੋਜਿਸਟ, ਤੇ ਇਹਨੇ DNA ਬਾਰੇ ਬਹੁਤ ਬ੍ਰੇਕ ਥਰੂ ਡਿਸਕਵਰੀਜ਼ ਕੀਤੀਆਂ ਨੇ। ਤੇ ਮਤਲਬ ਕਿ the interesting thing is ਕਿ ਉਹ ਸਾਇੰਟਿਸਟ ਹੈ ਪਲੱਸ ਨਾਲ ਹੀ ਰਿਲੀਜਨ ਦੇ ਵਿੱਚ ਬੜਾ ਫੇਥ ਰੱਖਦਾ ਹੈ। ਤੇ ਮੈਨੂੰ ਉਹ ਬੁੱਕ ਮੇਰੇ ਵਾਸਤੇ ਬੜੀ ਲਾਈਫ ਚੇਂਜਿੰਗ ਸੀ। ਉਦੋਂ ਮੈਂ 11th ਕਲਾਸ ਵਿੱਚ ਸੀ ਜਦੋਂ ਪੜ੍ਹੀ ਸੀ। ਤੇ ਆਈ ਥਿੰਕ ਜਿਵੇਂ ਸਾਡੀਆਂ ਕਨਵਰਸੇਸ਼ਨਸ ਹੁੰਦੀਆਂ ਕਈ ਵਾਰ ਸਕੂਲ ਕਾਲਜ ਵਿੱਚ, ਜਿੱਥੇ ਬਾਕੀ ਲੋਕ ਰਿਲੀਜਨ ਵਿੱਚ ਇੰਨਾ ਨਹੀਂ ਵਿਸ਼ਵਾਸ ਕਰਦੇ ਹੈ ਨਾ, ਤੇ ਉਦੋਂ ਕੀ ਹੁੰਦਾ ਹੈ we have to be ambassadors of our faith. ਅਸੀਂ because you know ਸਾਨੂੰ people look up to us ਕਿ ਅਸੀਂ ਕਿਵੇਂ define ਕਰਦੇ ਹਾਂ, ਕਿਉਂਕਿ ਇਹ suddenly we are in a situation where we have to defend ਕਿ religion ਕੀ ਹੁੰਦਾ ਹੈ ਤੇ ਇਹਦੇ ਵਿੱਚ ਵਿਸ਼ਵਾਸ ਕਰਨਾ ਕਿਉਂ ਜ਼ਰੂਰੀ ਹੈ। ਤੇ I think ਇਹ ਜਿਹੜੀ ਇਹ book ਹੈ ਨਾ, ਇਹਨੇ ਨਾ ਮੈਨੂੰ ਬੜਾ ਹੀ scientific perspective ਦਿੱਤਾ about religion. ਉਹਨੇ scientific logic ਦਿੱਤੇ ਕਿ ਕਿਵੇਂ it's not really ਕਿ
ਮਤਲਬ ਕਿ ਇਟਸ ਜਸਟ ਕਿ ਦਿਸ ਇਜ਼ ਨਾਟ ਰੀਲੀ ਅਬਾਊਟ ਬਲਾਈਂਡ ਫੇਥ, ਬਟ ਤੁਸੀਂ ਰੀਜ਼ਨਿੰਗ ਦੇ ਨਾਲ ਵੀ ਰਿਲੀਜਨ ਦੇ ਵਿੱਚ ਵਿਸ਼ਵਾਸ ਕਰ ਸਕਦੇ ਹੋ। ਤੇ ਹੁਣ ਮੈਂ ਦੀ ਇੱਕ ਐਗਜ਼ਾਮਪਲਸ ਜਿਹੜੀਆਂ ਹਾਲ ਤੱਕ ਯਾਦ ਨੇ, ਉਹਨੇ ਨਾ ਬੇਸਿਕਲੀ ਇਜ਼ ਟ੍ਰਾਈਂਗ ਟੂ ਪ੍ਰੂਵ ਕਿ does God exist, so he's trying to prove about existence of God। ਤੇ ਉਹਨੇ ਲਿਖਿਆ ਹੈ ਕਿ ਜਿਹੜੇ ਲੋਕੀ ਨਹੀਂ ਬਿਲੀਵ ਕਰਦੇ ਉਹ ਕਹਿੰਦੇ ਨੇ ਪ੍ਰੂਫ ਕੀ ਹੈਗਾ ਕਿ ਗੋਡ ਹੈਗਾ, ਤੁਸੀਂ ਤਾਂ ਅਸਿਊਮ ਕਰ ਰਹੇ ਹੋ ਨਾ, ਠੀਕ ਹੈ, ਹਾਊ ਡੂ ਯੂ ਪ੍ਰੂਵ ਇਟ। ਕਹਿੰਦਾ ਮੇਰਾ ਪ੍ਰੂਫ ਏਦਾਂ ਹੈ ਕਿ ਦੇਖੋ ਜਦੋਂ ਸਾਨੂੰ ਭੁੱਖ ਲੱਗਦੀ ਹੈ, ਭੁੱਖ ਲੱਗਦੀ ਹੈ ਇਹਦਾ ਕੀ ਮਤਲਬ ਹੈ, the fact ਕਿ ਸਾਨੂੰ ਭੁੱਖ ਲੱਗ ਰਹੀ ਹੈ ਦਾ ਮਤਲਬ there is something called food that exists ਜਿਹਦੇ ਨਾਲ ਉਹ ਭੁੱਖ ਬੁੱਝ ਜਾਂਦੀ ਹੈ, ਠੀਕ ਹੈ। ਸਾਨੂੰ ਏਦਾਂ ਹੀ ਇੱਕ ਫੀਲਿੰਗ ਹੈ which is ਜਿਹੜੀ ਕਿ ਪਿਆਸ ਦੀ ਫੀਲਿੰਗ ਕਹ ਲਓ, ਥਰਸਟ ਦੀ ਫੀਲਿੰਗ ਹੈ ਨਾ, ਜੇ ਸਾਨੂੰ ਇਹ ਫੀਲਿੰਗ ਹੋ ਰਹੀ ਹੈ ਸਾਡੀ ਬੋਡੀ ਵਿੱਚ ਹੈ ਨਾ, this means there is something called water ਜਿਹੜੀ ਕਿ ਇਹ ਵਾਲੀ ਪਿਆਸ ਨੂੰ ਬੁਝਾ ਦਿੰਦਾ ਹੈ, ਠੀਕ ਹੈ। ਤੇ ਨਾ ਇਸੇ ਤਰ੍ਹਾਂ ਹੀ ਸਾਡੇ ਸਾਰੇ ਹਿਊਮਨ ਬੀਇੰਗਸ ਨੂੰ ਇੱਕ ਸਪਿਰਿਚੁਅਲ ਥਰਸਟ ਦੀ ਫੀਲਿੰਗ ਵੀ ਆਉਂਦੀ ਹੈ, ਉਹਨਾਂ ਨੂੰ ਫੀਲ ਹੁੰਦਾ ਹੈ ਕਿ ਕੁਝ ਮਿਸਿੰਗ ਹੈ ਮੇਰੇ ਅੰਦਰ, ਕਿ ਮੈਨੂੰ ਕੁਝ ਚਾਹੀਦਾ ਜਿਹਦੇ ਨਾਲ ਮੈਨੂੰ ਸੈਟਿਸਫੈਕਸ਼ਨ ਹੋਵੇ। ਕਹਿੰਦਾ ਦੈਨ ਉਸੇ ਲੌਜਿਕ ਨਾਲ ਵੀ ਕੈਨ ਕਨਕਲੂਡ ਦੈਟ ਜੇ ਏਦਾਂ ਦੀ ਸਾਨੂੰ ਫੀਲਿੰਗ ਹੈ, the most plausible explanation is that there is something or there is some force called God that exists that will quench that feeling, ਠੀਕ ਹੈ। ਇਹ ਵਾਲਾ ਮੈਨੂੰ ਬੜਾ ਅੱਛਾ ਹਾਲੇ ਤੱਕ ਯਾਦ ਹੈ। ਏਦਾਂ ਹੀ ਉਹਦੇ ਬੜੇ ਸਾਰੇ ਆਰਗੂਮੈਂਟਸ ਹੈਗੇ ਨੇ, ਮਤਲਬ ਫਰੋਮ ਅ ਸਾਇੰਟਿਸਟ ਪਰਸਪੈਕਟਿਵ ਆਈ ਥਿੰਕ ਉਹ ਤੁਹਾਨੂੰ ਮਤਲਬ ਬੜੇ ਕੌਨਫੀਡੈਂਸ ਦਿੰਦੇ ਨੇ ਜਦੋਂ ਤੁਸੀਂ when you're on your own, ਤੁਸੀਂ ਕਾਲਜ ਵਿੱਚ ਜਾ ਰਹੇ ਹੋ, ਨੈਵੀਗੇਟ ਕਰ ਰਹੇ ਹੋ, ਤੇ ਆਈ ਥਿੰਕ ਤੁਹਾਨੂੰ ਇੱਕ ਨਵਾਂ ਹੀ ਵਿਸ਼ਵਾਸ ਆ ਜਾਂਦਾ ਹੈ। ਤੁਸੀਂ ਉਹੀ ਵਾਲੇ ਆਪਣੇ ਰਿਲੀਜਨ ਨੂੰ ਯੂ ਆਰ ਏਬਲ ਟੂ ਸੀ ਇਟ ਫਰੋਮ ਨਿਊ ਆਈਜ਼, ਫਰੋਮ ਅ ਨਿਊ ਐਂਗਲ, ਨਿਊ ਪਰਸਪੈਕਟਿਵ, ਤੇ ਇਹ ਬੁੱਕਸ ਦਾ ਰੋਲ ਹੁੰਦਾ ਹੈ। ਤੇ ਇੱਕ ਹੋਰ ਰੀਸੈਂਟ ਬੁੱਕ ਹੈਗੀ ਹੈ ਲੀਨ ਇਨ ਬਾਏ ਸ਼ੈਰਲ ਸੈਂਡਬਰਗ, ਇਹ ਮੈਂ ਆਈ ਥਿੰਕ ਪਿਛਲੇ 1-2 ਸਾਲ ਪਹਿਲੇ ਪੜ੍ਹੀ ਹੈ। ਦਿਸ ਵਾਜ਼ ਰੀਅਲੀ ਆਈ ਓਪਨਿੰਗ। ਉਹਨੇ ਨਾ ਬੇਸਿਕਲੀ ਸ਼ੀ ਟਾਕਸ ਅਬਾਊਟ ਵਿਮਨ ਇਨ ਵਰਕ ਪਲੇਸ, ਤੇ ਉਹਨੇ ਬਹੁਤ ਸਾਰੀ ਸਟੱਡੀਜ਼ ਕੋਟ ਕੀਤੀਆਂ ਕਿ ਵਿਮਨ ਅੰਡਰ ਕੌਨਫੀਡੈਂਟ ਹੁੰਦੀਆਂ ਨੇ, ਕਿ ਜਦੋਂ ਕਾਲਜ ਵਿੱਚ ਹੁੰਦੀਆਂ, ਜਦੋਂ ਵਰਕ ਪਲੇਸ ਵਿੱਚ ਹੁੰਦੀਆਂ, ਉਹਨੇ ਬੜੀ ਸਾਰੀ ਰਿਸਰਚ ਕੋਟ ਕੀਤੀ ਹੈ ਕਿ ਜਦੋਂ ਸੈਲਫ ਇਵੈਲੂਏਸ਼ਨ ਵਾਸਤੇ ਕਿਹਾ ਗਿਆ, ਤੇ ਜਦੋਂ ਬਾਈ ਡਿਫਾਲਟ ਹੀ ਮੈਨ ਆਪਣੇ ਆਪ ਨੂੰ ਬੜਾ ਹਾਈ ਰੇਟ ਕਰਦੇ ਨੇ ਕਿ 5 on 5 ਹੈ ਨਾ, ਪਰ ਵਿਮਨ ਆਪਣੇ ਆਪ ਨੂੰ ਬੜਾ ਹਾਈ ਸਟੈਂਡਰਡਸ ਨਾਲ ਜੱਜ ਕਰਦੀਆਂ ਨੇ ਕਿ they'll rate themselves low। ਤੇ ਉਹਨਾਂ ਨੇ ਇਹ ਪੈਟਰਨ ਦੇਖਿਆ ਵੀ ਇਹ ਕੰਸਿਸਟੈਂਟਲੀ ਏਦਾਂ ਹੀ ਹੁੰਦਾ ਹੈ। ਤੇ ਏਦਾਂ ਹੀ ਉਹਨਾਂ ਨੇ ਸਕੂਲ ਯੂਨੀਵਰਸਿਟੀ ਸੈਟਅਪਸ ਵੀ ਦੇਖਿਆ ਵੀ ਜੇ ਮੰਨ ਲਓ ਕੋਈ ਕੁੜੀ ਹੈ ਤੇ ਉਹ ਕਿਸੇ ਸਬਜੈਕਟ ਦੇ ਘੱਟ ਨੰਬਰ ਆਏ ਜਾਂ ਉਹ ਕਹਿ ਲਓ ਐਵਰੇਜ ਹੈ, ਤੇ there is very less likelihood that she'll pursue the subject in her next advanced degree। ਪਰ ਜੇ ਕੋਈ ਮੇਲ ਹੈ ਉਹਦੇ ਨਾਲ ਏਦਾਂ ਹੋਇਆ ਕਿ ਉਹਦੇ ਬੜੇ ਘੱਟ ਨੰਬਰ ਆਏ, ਉੱਥੇ ਏਦਾਂ ਨਹੀਂ ਹੁੰਦਾ ਕਿ ਮੇਲਸ ਕਹਿ ਲਓ ਉਹ ਮਾਰਕਸ ਤੋਂ ਇੰਨਾ ਵੱਡਾ ਸਿਗਨਲ ਨਹੀਂ ਲੈਂਦੇ ਆਪਣੇ ਬਾਰੇ, ਜਦਕਿ ਵਿਮਨ ਲੈਂਦੀਆਂ ਨੇ। ਤੇ ਫਿਰ ਉੱਥੋਂ ਦੀ ਨਾ ਉਹਨੇ ਬੜਾ ਕੁਛ ਆਈ ਥਿੰਕ ਉਹਨੇ ਮੈਨੂੰ ਬੜਾ ਇਨਫਲੂਐਂਸ ਕੀਤਾ ਓਵਰ ਦ ਲਾਸਟ 2 years। ਹੁਣ ਕਿਉਂਕਿ because I am aware ਕਿ ਏਦਾਂ ਦੀਆਂ ਬਾਇਸਸ ਹੈਗੀਆਂ ਨੇ predominant among men and women, ਤੇ the fact that you know about them in advance helps you guard against those। so ਜਦੋਂ ਹੁਣ ਜਿਵੇਂ ਰੀਸੈਂਟਲੀ ਏਦਾਂ ਹੀ ਸੈਲਫ ਇਵੈਲੂਏਸ਼ਨ ਕਰਨੀ ਸੀ ਮੈਂ ਆਪਣੀ, ਤੇ ਮੈਂ ਆਪਣੇ ਆਪ ਨੂੰ ਹਰ ਕੁਐਸਚਨ 5 on 5 ਦਿੱਤੇ। ਮੈਂ ਕਿਹਾ ਆਪਣੇ ਆਪ ਨੂੰ ਲੋ ਰੇਟ ਕਰਾਂ ਮਤਲਬ ਜੇ ਨਾ ਪੜ੍ਹੀ ਹੁੰਦੀ ਤੇ ਮੈਂ ਆਪਣੇ ਆਪ ਨੂੰ ਹੋਰ ਮੋਡਰੇਟਲੀ ਰੇਟ ਕਰਨਾ ਸੀਗਾ, ਪਰ ਜਦੋਂ ਮੈਂ ਪੜ੍ਹੀ ਹੋਈ ਸੀ ਤੇ ਮੈਂ ਕਿਹਾ ਲੈ ਜਦੋਂ ਬਾਕੀ ਜਿਹੜੇ ਇੰਨਾ ਹਾਈ ਰੇਟ ਕਰਦੇ ਨੇ ਵਾਈ ਨਾਟ ਮੀ। ਤੇ ਆਈ ਥਿੰਕ ਏਦਾਂ ਸਾਨੂੰ ਸਾਡੀ ਬੁੱਕਸ ਸਾਡੀਆਂ ਅਵੇਅਰਨੈਸ ਵਧਾਉਂਦੀਆਂ ਕਿ ਹਾਂ ਅਸੀਂ ਜੇ ਬੁੱਕਸ ਨਹੀਂ ਪੜ੍ਹਦੇ ਤੇ ਸਾਡਾ ਦਾਇਰਾ ਬੜਾ ਛੋਟਾ ਰਹਿ ਜਾਂਦਾ ਹੈ, ਹੋਰਾਈਜ਼ਨ ਬੜਾ ਛੋਟਾ ਰਹਿ ਜਾਂਦਾ ਹੈ ਆਈ ਥਿੰਕ। ਹਾਂ ਸੋ ਮੈਂ ਆਡੀਓ ਇਸ ਕਰਕੇ ਸ਼ੇਅਰ ਕਰਨਾ ਚਾਹੁੰਦੀ ਸੀਗੀ ਵੀ ਰੀਡਰਸ ਜਿਹੜੇ ਨੇ, ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਓਵਰਆਲ ਉਹਨਾਂ ਦਾ ਇਹੀ ਫੀਡਬੈਕ ਹੈ ਕਿ ਐਕਚੁਅਲੀ ਉਹਨਾਂ ਦੇ ਵਿੱਚ ਕਿੰਨਾ ਜ਼ਿਆਦਾ ਕੌਨਫੀਡੈਂਸ ਵੱਧ ਜਾਂਦਾ ਹੈ, ਕਿਵੇਂ ਸਿਰਫ ਰੀਡਿੰਗ ਕਰਨ ਦੇ ਨਾਲ। ਮੈਂ ਸ਼ਾਇਦ ਇੰਨਾ ਕੌਨਫੀਡੈਂਟਲੀ ਨਹੀਂ ਬਾਹਰ ਜਾਵਾਂਗੀ ਜਿੰਨਾ ਕੋਈ
ਮੇਬੀ ਦੀਦੀ ਜਾਂ ਕੋਈ ਹੋਰ ਜਾਣਗੇ ਜਿਹੜੇ ਰੀਡਰਸ ਹੁੰਦੇ ਨੇ। ਸੋ ਐਦਾਂ ਉਹਨਾਂ ਨੂੰ ਟ੍ਰਾਂਸਫਾਰਮ ਕਰ ਰਹੇ। ਦੂਸਰੀ ਅਵੇਅਰਨੈਸ ਕਿੰਨੀ ਜ਼ਿਆਦਾ ਵੱਧ ਰਹੀ ਹੈਗੀ ਸਿਰਫ ਰੀਡਿੰਗ ਕਰਨ ਦੇ ਨਾਲ। ਤੇ ਇੱਕ ਹੋਰ ਕਿਸੇ ਨੂੰ ਵੀ ਮੈਂ ਪੁੱਛਿਆ ਸੀਗਾ, ਉਹ ਕਹਿੰਦੇ ਕਿ ਉਹਨਾਂ ਦਾ ਐਵੇਂ ਟ੍ਰਾਂਸਫਾਰਮ ਹੁੰਦਾ ਹੈ ਕਿ ਜਦੋਂ ਉਹ ਰੀਡਿੰਗ ਕਰਦੇ ਨੇ ਤੇ ਉਹਨਾਂ ਦਾ ਸਟ੍ਰੈਸ ਲੈਵਲ ਪਤਾ ਨਹੀਂ ਕਿੱਥੇ ਚਲਾ ਜਾਂਦਾ ਹੈ। ਮਤਲਬ ਜਦੋਂ ਉਹ ਸਟ੍ਰੈਸਫੁਲ ਨੇ, ਬਹੁਤ ਜ਼ਿਆਦਾ ਸਟ੍ਰੈਸ ਵਿੱਚ ਨੇ, ਤੇ ਉਹ ਕਿਸੇ ਕਿਤਾਬ ਨੂੰ ਚੱਕ ਲੈਣਗੇ। ਜਦੋਂ ਅਸੀਂ ਕਿਤਾਬ ਨੂੰ ਚੱਕ ਲਈ ਮਤਲਬ ਅਸੀਂ ਉੱਤੇ ਫੋਕਸ ਕਰ ਰਹੇ ਹਾਂ। ਕਿੰਨਾ ਪੇਸ਼ੈਂਸ ਚਾਹੀਦਾ ਹੁੰਦਾ ਹੈ ਹਨਾ ਬੁੱਕ ਰੀਡ ਕਰਨ ਨੂੰ। ਸੋ ਸਾਡਾ ਫੋਕਸ ਸਾਡਾ ਉੱਥੇ ਹੈਗਾ। ਤੇ ਕਹਿੰਦਾ ਜਦੋਂ ਮੈਂ ਵਾਪਿਸ ਆਉਂਦੀ ਹੈਗੀ ਤੇ ਮੇਰਾ ਸਟ੍ਰੈਸ ਦਾ ਮੈਨੂੰ ਕੁਝ ਲੱਗਦਾ ਹੀ ਨਹੀਂ ਹੈਗਾ ਵੀ ਉਹ ਭੁੱਲਾ ਗਈ ਹੁਣ ਗੱਲ ਤੇ ਰਹਿ ਹੀ ਨਹੀਂ ਗਿਆ ਕੁਝ। ਸੋ ਰੀਡਿੰਗ ਦਾ ਸਾਨੂੰ ਕਿੰਨਾ ਜ਼ਿਆਦਾ ਫਾਇਦਾ ਹੁੰਦਾ ਹੈ, ਕਿੰਨੇ ਲੈਵਲਸ ਤੇ ਫਾਇਦਾ ਹੁੰਦਾ ਹੈ। ਸੋ ਮੈਨੂੰ ਲੱਗਿਆ ਕਿ ਇਹ ਆਡੀਓ ਤੇ ਐਕਸਪੀਰੀਅੰਸ ਜਿਹੜਾ ਸੀਗਾ ਕਿਸੇ ਦਾ, ਉਹ ਇਸ ਥਾਟ ਦੇ ਨਾਲ ਬਹੁਤ ਰਿਲੇਟ ਕਰ ਰਿਹਾ ਸੀਗਾ। ਸੋ ਆਈ ਵਾਂਟਡ ਟੂ ਸ਼ੇਅਰ ਇਟ। ਇੰਨਾ ਹੀ ਸੀਗਾ ਜੀ ਥਾਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਗੇ ਅਸੀਂ ਵਧਦੇ ਹਾਂ, ਬੁੱਕ ਰਿਵਿਊ ਲੈਣੇ ਹੈਗੇ ਜੀ। ਸਾਡੇ ਕੋਲ ਪਹਿਲੇ ਆਉਣਗੇ ਮਨਮੀਨ ਕੌਰ ਜੀ। ਸੰਗਤ ਜੀ ਲੋਕਡਾਊਨ ਤੋਂ ਪਹਿਲਾਂ ਬਹੁਤ ਵਾਰ ਇੱਥੇ ਹਰ ਸੰਡੇ G65 ਦੀ ਕਲਾਸਿਸ ਲੱਗਦੀਆਂ ਹੋਈਆਂ ਸੀਗੀਆਂ। ਮਨਮੀਨ ਉੱਥੇ ਆਪਣਾ ਪੂਰਾ ਯੋਗਦਾਨ ਦਿੰਦੇ ਨੇ, ਸੇਵਾਵਾਂ ਕਰਦੇ ਨੇ, ਮੈਨੇਜ ਕਰਦੇ ਨੇ ਬੱਚਿਆਂ ਨੂੰ। ਤੇ ਇੱਥੇ ਵੀ ਜਦੋਂ ਆਨਲਾਈਨ ਕਲਾਸਿਸ ਚੱਲ ਰਹੀਆਂ ਉੱਥੇ ਵੀ ਆਪਣੀ ਪੂਰਾ ਯੋਗਦਾਨ ਦੇ ਰਹੇ ਨੇ। ਸੋ ਇਹਨਾਂ ਦੀ ਅੱਜ ਕਿਤਾਬ ਜਿਹੜੀ ਹੈਗੀ ਹੈ ਉਹ ਹੈ ਸੁੰਦਰੀ, ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ। ਸੋ ਆਓ ਜੀ ਜਾਣਦੇ ਹੈਗੇ ਕੀ ਹੈ ਸੁੰਦਰੀ ਕਿਤਾਬ ਦੇ ਵਿੱਚ। ਆਓ ਜੀ ਮਨਮੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ। ਸਕਰੀਨ ਸ਼ੇਅਰਿੰਗ ਦਾ ਆਪਸ਼ਨ ਅਲਾਉ ਕਰ ਦਿਓ ਜੀ ਪਲੀਜ਼। ਕਰਤਾ ਜੀ। ਹਾਂਜੀ, ਥੈਂਕ ਯੂ ਜੀ। ਸੋ ਸਕਰੀਨ ਦਿਖ ਰਹੀ ਹੈ ਜੀ ਉੱਥੇ? ਹਾਂਜੀ। ਹਾਂਜੀ। ਸੋ ਸਾਧ ਸੰਗਤ ਜੀ, ਅੱਜ ਮੈਂ ਆਪ ਸਾਰਿਆਂ ਨਾਲ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਵਨ ਆਫ ਦ ਬੈਸਟ ਨੋਵਲਸ ਸੁੰਦਰੀ ਦਾ ਅੱਜ ਮੈਂ ਆਪ ਸਭ ਨਾਲ ਰਿਵਿਊ ਸ਼ੇਅਰ ਕਰਨ ਜਾ ਰਹੀ ਹਾਂ ਜੀ। ਸੋ ਇਹ ਜੋ ਸੁੰਦਰੀ ਨੋਵਲ ਹੈ, ਸੁੰਦਰੀ ਨੋਵਲ ਇੱਕ ਵੂਮਨ ਸੈਂਟਰਿਕ ਨੋਵਲ ਹੈ। ਇਸ ਦਾ ਬੇਸਿਕ ਥੀਮ ਹੈ ਜੀ ਕਿ ਜਦੋਂ ਇੱਕ ਇਸਤਰੀ ਕੋਈ ਵੀ ਕੰਮ ਕਰਨ ਦਾ ਠਾਣ ਲੈਂਦੀ ਹੈ ਤਾਂ ਹਾਲਾਤ ਜਿਹੋ ਜਿਹੇ ਵੀ ਹੋਣ, ਸਰਕਮਸਟੈਂਸਿਸ ਜਿਹੋ ਜਿਹੇ ਵੀ ਹੋਣ, ਉਹ ਉਸਨੂੰ ਪੂਰਾ ਕਰਦੀ ਹੈ। ਸੋ ਹੁਣ ਅਸੀਂ ਸਟਾਰਟ ਕਰਦੇ ਹਾਂ ਜੀ ਕਿ ਸੁੰਦਰੀ ਕੀ ਚੀਜ਼ ਹੈ। 18ਵੀਂ ਸਦੀ ਦੀ ਇਸ ਕਹਾਣੀ ਵਿੱਚ ਸੁੰਦਰ ਕੌਰ, ਪਹਿਲਾ ਨਾਂ ਸੁਰਸਤੀ, ਦੀਆਂ ਮੁਸ਼ਕਿਲਾਂ ਅਤੇ ਵੀਰਤਾ ਦਾ ਵਰਣਨ ਹੈ, ਜਿਸ ਦਾ ਜਨਮ ਪੰਜਾਬੀ ਹਿੰਦੂ ਪਰਿਵਾਰ ਵਿੱਚ ਹੋਇਆ ਅਤੇ ਅਸਾਧਾਰਨ ਹਾਲਾਤਾਂ ਵਿੱਚ ਉਸਨੇ ਸਿੱਖ ਧਰਮ ਗ੍ਰਹਿਣ ਕਰਦੀ ਹੈ ਅਤੇ ਆਪਣਾ ਸੰਖੇਪ ਅਤੇ ਕਾਰਨਾਮਿਆਂ ਭਰਿਆ ਜੀਵਨ ਅਰਦਾਸ ਅਤੇ ਜੰਗ ਕਰ ਰਹੇ ਖਾਲਸੇ ਦੀ ਸੇਵਾ ਵਿੱਚ ਗੁਜ਼ਾਰਦੀ ਹੈ। ਸੁੰਦਰੀ ਦੀਆਂ ਮੁਸ਼ਕਿਲਾਂ ਸਥਾਨਕ ਮੁਗਲ ਮੁਖੀ ਅਤੇ ਉਸ ਉੱਤੇ ਰੀਝਣ ਨਾਲ ਸ਼ੁਰੂ ਹੋ ਜਾਂਦੀਆਂ ਹਨ। ਜਦੋਂ ਇੱਕ ਦਿਨ ਉਹ ਆਪਣੇ ਸੇਵਕਾਂ ਨਾਲ ਸੁੰਦਰੀ ਦੇ ਪਿੰਡ ਕੋਲੋਂ ਲੰਘਦਾ ਹੈ ਸ਼ਿਕਾਰ ਲਈ ਅਤੇ ਉਹ ਉਸਨੂੰ ਚੁੱਕ ਲੈਂਦਾ ਹੈ। ਸੁੰਦਰੀ ਨੂੰ ਛਡਾਉਣ ਲਈ ਸਾਰੀਆਂ ਬੇਨਤੀਆਂ ਨਿਸਫਲ ਹੋ ਜਾਂਦੀਆਂ ਹਨ। ਇੰਨੇ ਹੀ ਚਿਰ ਵਿੱਚ ਉਸਦਾ ਵੱਡਾ ਭਰਾ ਬਲਵੰਤ ਸਿੰਘ, ਜੋ ਸਿੱਖ ਬਣ ਗਿਆ ਹੁੰਦਾ ਹੈ ਅਤੇ ਜੋ ਆਪਣੇ ਮਾਤਾ ਪਿਤਾ ਦੀਆਂ ਇੱਛਾਵਾਂ ਦੇ ਵਿਪਰੀਤ ਜੁਝਾਰੂ ਸਿੱਖਾਂ ਨਾਲ ਕੁਝ ਸਾਲ ਪਹਿਲਾਂ ਹੀ ਰਲ ਗਿਆ ਹੁੰਦਾ ਹੈ, ਤੇ ਉਹ ਪਿੰਡ ਵਾਪਸ ਆਉਂਦਾ ਹੈ ਅਤੇ ਉਸਨੂੰ ਆਪਣੇ ਪਰਿਵਾਰ ਦੇ ਦੁਰਭਾਗ ਦਾ ਪਤਾ ਲੱਗਦਾ ਹੈ। ਉਹ ਮੁਖੀ ਦੇ ਝੁੰਡ ਦਾ ਪਿੱਛਾ ਕਰਦਾ ਹੈ ਅਤੇ ਸੁੰਦਰੀ ਨੂੰ ਹੁਣੇ ਹੀ ਜਲਾਈ ਚਿਖਾ ਤੇ ਬੈਠੀ ਸਿੱਖਾਂ ਦੇ ਅੰਮ੍ਰਿਤ ਵੇਲੇ ਦੀ ਬਾਣੀ ਜਪਜੀ ਦਾ ਪਾਠ ਕਰਦੀ ਦੇਖਦਾ ਹੈ। ਉਹ ਉਸਨੂੰ ਫੜ ਕੇ ਚੁੱਕ ਲੈਂਦਾ ਹੈ ਅਤੇ ਉਸਨੂੰ ਲੈ ਕੇ ਭੱਜ ਜਾਂਦਾ ਹੈ। ਸੁੰਦਰੀ ਨੇ ਸਿੱਖ ਬਹਾਦਰੀ ਦੀਆਂ ਕਹਾਣੀਆਂ ਸੁਣ ਕੇ ਆਪਣੇ ਅੰਦਰ ਸਿੱਖੀ ਵਿਦਰੋਹ ਦੀ ਭਾਵਨਾ ਪੱਕੀ ਕਰ ਲਈ ਸੀ ਅਤੇ ਉਸਦੇ ਭਰਾ ਦੇ ਸਿੱਖਾਂ ਵਿੱਚ ਮਿਲ ਜਾਣ ਪਿੱਛੋਂ ਉਸ ਅੰਦਰ ਸਿੱਖਾਂ ਦੇ ਤੌਰ ਤਰੀਕਿਆਂ ਪ੍ਰਤੀ ਗੁਪਤ ਤੌਰ ਤੇ ਸਤਿਕਾਰ ਵੀ ਬਣ ਗਿਆ ਸੀ।
परिवार सुंदरी नू मुखी दे डर कारण कि उन्हां उत्ते अपना गुस्सा कढेगा सुंदरी नू घर रखण तो इनकार कर दिंदे हन ਅਤੇ बलवंत सिंह जो कि सुंदरी दे भरा सन उन्हां ने सुंदरी नू जंगल विच लुके अपने जत्थे विच लेके जाण दा फैसला कीता। ਜਦੋਂ ਉਹ ਦੋਵੇਂ ਇੱਕ ਜ਼ਖਮੀ ਸਿੱਖ ਨੂੰ ਬਚਾਉਣ ਦਾ ਯਤਨ ਕਰ ਰਹੇ ਸਨ ਤਾਂ ਦੋਵਾਂ ਨੂੰ ਮੁਖੀ ਦੇ ਬੰਦਿਆਂ ਨੇ ਫੜ ਲਿਆ। ਸੁੰਦਰੀ ਨੂੰ ਆਪਣੇ ਨਾਲ ਵਿਆਹ ਕਰਾਉਣ ਲਈ ਮਨਾਉਣ ਤੇ ਤੁਲੇ ਹੋਏ ਮੁਖੀ ਨੇ ਉਸਦੇ ਭਰਾ ਨੂੰ ਇਸਲਾਮ ਵਿੱਚ ਲਿਆਉਣ ਦਾ ਅਤੇ ਸੁਲਾਹ ਕਰ ਲੈਣ ਦਾ ਫੈਸਲਾ ਕੀਤਾ। ਇੱਕ ਮਹੀਨਾ ਪਿੱਛੋਂ ਸੁੰਦਰੀ ਅਤੇ ਬਲਵੰਤ ਸਿੰਘ ਸ਼ੁੱਕਰਵਾਰ ਵਾਲੇ ਦਿਨ ਜਬਰੀ ਧਰਮ ਬਦਲੀ ਲਈ ਮੁਖੀ ਦੇ ਕਾਰਜ ਖੇਤਰ ਦੀ ਮਸਜਿਦ ਵਿੱਚ ਲਿਆਏ ਗਏ ਪਰ ਬਲਵੰਤ ਸਿੰਘ ਦੇ ਮੁਖੀ ਜਿਨ੍ਹਾਂ ਦਾ ਨਾਂ ਸਰਦਾਰ ਸ਼ਾਮ ਸਿੰਘ ਜੀ ਸੀ ਉਹ ਆਪਣੇ ਸਿੱਖਾਂ ਨਾਲ ਅਚਾਨਕ ਉੱਥੇ ਹਮਲਾ ਕਰਦੇ ਹਨ ਅਤੇ ਉਹਨਾਂ ਦੋਨਾਂ ਨੂੰ ਛੁਡਾ ਲੈਂਦੇ ਹਨ। ਆਪਣੇ ਭਰਾ ਦੇ ਜੁਝਾਰੂ ਸਾਥੀਆਂ ਵਿੱਚ ਜਾ ਕੇ ਸੁੰਦਰੀ ਅੰਮ੍ਰਿਤ ਛਕ ਕੇ ਖਾਲਸਾ ਬਰਾਦਰੀ ਵਿੱਚ ਸ਼ਾਮਲ ਹੋ ਜਾਂਦੀ ਹੈ ਅਤੇ ਸਿੱਖ ਜਥੇ ਦੀ ਸੇਵਾ ਵਿੱਚ ਉਸਨੇ ਇੱਕ ਜੱਸਤ ਵਾਲਾ ਜੀਵਨ ਜਿਉਣ ਦਾ ਫੈਸਲਾ ਕਰ ਲਿਆ। ਉਹ ਜਥੇ ਦੇ ਲੰਗਰ ਦੀ ਸੰਭਾਲ ਕਰਦੀ ਅਤੇ ਜ਼ਖਮੀਆਂ ਦੀ ਸੇਵਾ ਕਰਦੀ ਅਤੇ ਜੰਗਲ ਦੇ ਬਾਹਰ ਨੇੜੇ ਪਿੰਡ ਵਿੱਚ ਕਦੇ-ਕਦੀ ਲੋੜੀਂਦਾ ਸਮਾਨ ਖਰੀਦਣ ਵੀ ਜਾਂਦੀ। ਇੱਕ ਵਾਰੀ ਇਸੇ ਤਰ੍ਹਾਂ ਬਾਹਰ ਜਾਣ ਤੇ ਉਸਦਾ ਮੇਲ ਇੱਕ ਦੁਖੀ ਖੱਤਰੀ ਨਾਲ ਹੁੰਦਾ ਹੈ ਜਿਸ ਦੀ ਪਤਨੀ ਨੂੰ ਉਸਦੇ ਕਸਬੇ ਵਿੱਚ ਮੁਗਲ ਨੌਕਰਾਂ ਨੇ ਉਸਦੇ ਪਿੱਛੋਂ ਚੁੱਕ ਲਿਆ ਸੀ ਅਤੇ ਉਹ ਉਸ ਨੂੰ ਉਹਨਾਂ ਦੀ ਲੁਕਣ ਵਾਲੀ ਥਾਂ ਤੇ ਲੈ ਜਾਂਦੀ ਹੈ। ਉਸ ਬਾਰੇ ਪੂਰੀ ਪੁੱਛ ਪੜਤਾਲ ਕਰਨ ਪਿੱਛੋਂ ਸਰਦਾਰ ਸ਼ਾਮ ਸਿੰਘ ਦੇ ਆਦਮੀ ਇੱਕ ਬਚਾਓ ਮੁਹਿੰਮ ਤੇ ਚੱਲ ਪੈਂਦੇ ਹਨ ਅਤੇ ਉਸਦੀ ਪਤਨੀ ਨੂੰ ਬਚਾ ਲਿਆਉਂਦੇ ਹਨ ਅਤੇ ਉਸਦੀ ਜਾਇਦਾਦ ਵੀ ਵਾਪਸ ਦਿਵਾਉਂਦੇ ਹਨ। ਹਿੰਦੂ ਪੁਜਾਰੀ ਦੁਆਰਾ ਉਸਦੀ ਪਤਨੀ ਨੂੰ ਦੁਬਾਰਾ ਹਿੰਦੂ ਧਰਮ ਵਿੱਚ ਵਾਪਸ ਲੈਣ ਤੋਂ ਇਨਕਾਰ ਕਰਨ ਤੇ ਦੋਵੇਂ ਸਿੱਖ ਧਰਮ ਧਾਰਨ ਕਰ ਲੈਂਦੇ ਹਨ ਅਤੇ ਉਹਨਾਂ ਦਾ ਨਾਂ ਧਰਮ ਸਿੰਘ ਅਤੇ ਧਰਮ ਕੌਰ ਰੱਖਿਆ ਜਾਂਦਾ ਹੈ। ਪਿੱਛੋਂ ਫਿਰ ਇਸੇ ਤਰ੍ਹਾਂ ਪਿੰਡ ਵੱਲ ਆਉਣ ਤੇ ਸੁੰਦਰੀ ਅਤੇ ਧਰਮ ਕੌਰ ਨੂੰ ਇੱਕ ਬੁਰੀ ਤਰ੍ਹਾਂ ਜ਼ਖਮੀ ਮੁਗਲ ਸਿਪਾਹੀ ਮਿਲਦਾ ਹੈ। ਇਹ ਉਸਨੂੰ ਮੁੱਢਲੀ ਸਹਾਇਤਾ ਦਿੰਦੀਆਂ ਹਨ ਅਤੇ ਪੂਰੇ ਇਲਾਜ ਲਈ ਉਸਦੀਆਂ ਅੱਖਾਂ ਬੰਨ ਕੇ ਉਸਨੂੰ ਲੁਕਣ ਵਾਲੀ ਥਾਂ ਤੇ ਲੈ ਆਉਂਦੀਆਂ ਹਨ। ਮੁਗਲ ਜਦੋਂ ਠੀਕ ਹੋ ਜਾਂਦਾ ਹੈ ਤਾਂ ਉਹ ਉਸਦੀਆਂ ਅੱਖਾਂ ਬੰਨ ਕੇ ਉਸਨੂੰ ਪਿੰਡ ਕੋਲ ਲੈ ਜਾਂਦੀਆਂ ਹਨ ਅਤੇ ਉਸਨੂੰ ਛੱਡ ਦਿੰਦੀਆਂ ਹਨ। ਨੈਕਸਟ ਆਂਦਾ ਜੀ ਇਹ ਉਸੇ ਮੁਗਲ ਮੁਖੀ ਜੋ ਸੁੰਦਰੀ ਤੇ ਰੀਝ ਗਿਆ ਸੀ ਉਸਦਾ ਅਰਦਲੀ ਭਾਵ ਨੌਕਰ ਸੀ ਅਤੇ ਉਸਨੇ ਸੁੰਦਰੀ ਨੂੰ ਪਛਾਣ ਲਿਆ ਸੀ। ਉਹ ਕੁਝ ਦਿਨ ਪਿੱਛੋਂ ਸੁੰਦਰੀ ਲਈ ਜਾਲ ਵਿਛਾਉਂਦਾ ਸੀ। ਉਹ ਫੜੀ ਜਾਂਦੀ ਹੈ ਅਤੇ ਹੱਥ ਪੈਰ ਬੰਨ੍ਹ ਕੇ ਪਾਲਕੀ ਵਿੱਚ ਲਿਜਾਈ ਜਾਂਦੀ ਹੈ। ਬਿਜਲਾ ਸਿੰਘ ਰਮਤੇ ਸੂਫੀ ਫਕੀਰ ਦੇ ਭੇਸ ਵਿੱਚ ਇੱਕ ਵਧੀਆ ਸਿੱਖ ਜਾਸੂਸ ਸੀ। ਉਹ ਮੁਗਲ ਪਾਰਟੀ ਦਾ ਖੁਰਾ ਲੱਭ ਲੈਂਦਾ ਹੈ ਅਤੇ ਸੁੰਦਰੀ ਦੀ ਉਸਦੇ ਬੰਦੀ ਬਣਾਉਣ ਵਾਲੇ ਉੱਤੇ ਹਮਲਾ ਕਰਨ ਅਤੇ ਭੱਜਣ ਵਿੱਚ ਮਦਦ ਕਰਦਾ ਹੈ। ਉਹ ਦੁਬਾਰਾ ਫਿਰ ਮੁਖੀ ਦੁਆਰਾ ਫੜੀ ਗਈ ਜੋ ਬੱਕਾ ਮਾਰਨ ਨਿਕਲਿਆ ਸੀ ਪਰੰਤੂ ਰੱਬ ਦੀ ਮਿਹਰ ਨਾਲ ਉਸਦੇ ਭਰਾ ਦੁਆਰਾ ਇਸਨੂੰ ਬਚਾ ਲਿਆ ਜਾਂਦਾ ਹੈ ਅਤੇ ਇਹ ਛੇਤੀ ਹੀ ਆਪਣੇ ਜੁਝਾਰੂ ਸਾਥੀਆਂ ਨਾਲ ਜਾ ਮਿਲਦੀ ਹੈ। ਜਦੋਂ ਅਹਿਮਦ ਸ਼ਾਹ ਅਪ੍ਰੈਲ 1752 ਨੂੰ ਆਪਣੇ ਤੀਜੇ ਹਮਲੇ ਤੇ ਆਉਂਦਾ ਹੈ ਤਾਂ ਸੁੰਦਰੀ ਸਣੇ 30,000 ਸਿੱਖ ਲਾਹੌਰ ਦੇ ਗਵਰਨਰ ਮੀਰ ਮੰਨੂ ਵਾਸਤੇ ਉਸਦਾ ਟਾਕਰਾ ਕਰਦੇ ਹਨ। ਇੱਕ ਜ਼ਖਮੀ ਮੁਗਲ ਸਿਪਾਹੀ ਨੂੰ ਦੇਖ ਕੇ ਉਸਦੀ ਮਦਦ ਕਰਨ ਲਈ ਸੁੰਦਰੀ ਉਤਰ ਪੈਂਦੀ ਹੈ। ਹੋਸ਼ ਵਿੱਚ ਆਉਣ ਤੇ ਅਤੇ ਉਸਨੂੰ ਪਛਾਣ ਕੇ ਮੁਗਲ ਸੁੰਦਰੀ ਤੇ ਇੱਕ ਡੂੰਘਾ ਵਾਰ ਕਰਦਾ ਹੈ ਅਤੇ ਉਹ ਬੇਹੋਸ਼ ਹੋ ਕੇ ਡਿੱਗ ਪੈਂਦੀ ਹੈ ਪਰੰਤੂ ਡਿੱਗਣ ਤੋਂ ਪਹਿਲਾਂ ਉਹ ਵੀ ਹਮਲਾਵਾਰ ਤੇ ਮਾਰੂ ਵਾਰ ਕਰਦੀ ਹੈ। ਉਹ ਪੁਰਾਣਾ ਮੁਖੀ ਜਿਸਨੇ ਇਸ ਲੜਾਈ ਵਿੱਚ ਵੀ ਹਿੱਸਾ ਲਿਆ ਸੀ ਉਸਨੂੰ ਦੇਖ ਲੈਂਦਾ ਹੈ ਅਤੇ ਚੁੱਕ ਲੈਂਦਾ ਹੈ। ਮੁਖੀ ਦੇ ਹਕੀਮਾਂ ਦੇ ਧਿਆਨ ਨਾਲ ਕੀਤੇ ਇਲਾਜ ਨਾਲ ਸੁੰਦਰੀ ਦੇ ਜ਼ਖਮ ਠੀਕ ਹੁੰਦੇ ਹਨ ਭਾਵੇਂ ਕਿ ਬੁਖਾਰ ਨਹੀਂ ਟੁੱਟਦਾ।
ਮੁਖੀ ਜਿਹੜਾ ਚਾਹੁੰਦਾ ਹੈ ਕਿ ਉਹ ਉਸ ਨਾਲ ਆਪਣੀ ਇੱਛਾ ਨਾਲ ਵਿਆਹ ਕਰਾਵੇ, ਇਸ ਲਈ ਇੱਕ ਹਿੰਦੂ ਨੌਕਰਾਣੀ ਰਾਧਾ ਰੱਖ ਲੈਂਦਾ ਹੈ ਅਤੇ ਆਪਣੇ ਹਕੀਮ ਦੀ ਸਲਾਹ ਤੇ ਸੁੰਦਰੀ ਨੂੰ ਇੱਕ ਦਰਿਆ ਦੇ ਕੰਢੇ ਅਤੇ ਇੱਕ ਖੁੱਲੇ ਥਾਂ ਤੇ ਲੈ ਜਾਂਦਾ ਹੈ। ਦੋਵੇਂ ਰਾਧਾ, ਜੋ ਅਸਲ ਵਿੱਚ ਧਰਮ ਕੌਰ ਹੀ ਹੈ, ਜੋ ਰਾਧਾ ਬਣੀ ਹੋਈ ਹੈ, ਅਤੇ ਹਕੀਮ ਸਿੱਖਾਂ ਦੁਆਰਾ ਭੇਜੇ ਗਏ ਸਨ ਤਾਂ ਕਿ ਉਹ ਇਸ ਨੂੰ ਉਸ ਥਾਂ ਤੇ ਤਾਂ ਕਿ ਉਹ ਸੁੰਦਰੀ ਨੂੰ ਉਸ ਥਾਂ ਤੇ ਲੈ ਆਉਣ ਜਿੱਥੋਂ ਆਸਾਨੀ ਨਾਲ ਸੁੰਦਰੀ ਨੂੰ ਬਚਾ ਕੇ ਲੈ ਜਾਇਆ ਜਾ ਸਕੇ। ਸੁੰਦਰੀ ਨੂੰ ਬਚਾਇਆ ਜਾਂਦਾ ਹੈ ਅਤੇ ਸੁੰਦਰੀ ਆਪਣੇ ਪੁਰਾਣੇ ਲੁਕਣ ਵਾਲੇ ਟਿਕਾਣੇ ਤੇ ਆਪਣੇ ਭਰਾਵਾਂ ਨਾਲ ਜਾ ਮਿਲਦੀ ਹੈ, ਪਰੰਤੂ ਇਸ ਦੀ ਸਿਹਤ ਭਾਵ ਸੁੰਦਰੀ ਦੀ ਸਿਹਤ ਵਿਗੜਦੀ ਜਾਂਦੀ ਹੈ। ਉਹ ਇਹ ਜਾਣਦੇ ਹੋਏ ਵੀ ਕਿ ਉਸ ਦਾ ਅੰਤ ਨੇੜੇ ਹੈ, ਸੁੰਦਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅਖੰਡ ਪਾਠ ਕਰਾਉਣ ਦਾ ਪ੍ਰਬੰਧ ਕਰਾਉਂਦੀ ਹੈ। ਅਖੰਡ ਪਾਠ ਦੇ ਭੋਗ ਤੇ ਸੁੰਦਰੀ ਆਪਣੇ ਵਿਦਾਇਗੀ ਭਾਸ਼ਣ ਵਿੱਚ ਸੰਗਤ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦੀ ਅਪੀਲ ਕਰਦੀ ਹੈ ਅਤੇ ਆਖਦੀ ਹੈ ਕਿ ਦੁਨੀਆ ਅਸਥਿਰ ਹੈ, ਇਸਤਰੀ ਦਾ ਸਤਿਕਾਰ ਕਰਨਾ, ਖੁਸ਼ੀਆਂ ਲਈ ਕਦੇ ਵੀ ਪਰਮਾਤਮਾ ਤੋਂ ਆਪਣਾ ਵਿਸ਼ਵਾਸ ਨਾ ਗਵਾਉਣਾ। ਫਿਰ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਦੀ ਹੈ ਅਤੇ ਫਿਰ ਦੁਬਾਰਾ ਆਪਣਾ ਸਿਰ ਨਹੀਂ ਚੁੱਕਦੀ। ਇਹ ਨਾਵਲ ਅਸਾਧਾਰਨ ਸ਼ਕਤੀ ਅਤੇ ਸੁੰਦਰਤਾ ਨਾਲ ਭਰਪੂਰ ਹੈ। ਭਾਈ ਵੀਰ ਸਿੰਘ ਦਾ ਸਮੇਂ ਤੇ ਇਤਿਹਾਸ ਦਾ ਗਿਆਨ ਜਿਹੜਾ ਸੁੰਦਰੀ ਵਿੱਚ ਅੰਕਿਤ ਹੈ, ਯਕੀਨੀ ਬਹੁਤ ਭਾਵਮਈ ਹੈ ਅਤੇ ਉਸ ਦੀ ਕਲਪਨਾ ਸੰਵੇਦਨਸ਼ੀਲ ਅਤੇ ਡੂੰਘੀ ਹੈ। ਉਹਨਾਂ ਸਖਤ ਸਮਿਆਂ ਵਿੱਚ ਲੇਖਕ ਦੀ ਸਮਾਜਿਕ ਹਾਲਤਾਂ ਦੀ ਸੰਕਲਪਨਾ ਬੜੀ ਸਪਸ਼ਟ ਹੈ। ਸੋ ਆਈ ਹੋਪ ਕਿ ਆਪ ਸਭ ਨੂੰ ਇਹ ਨੋਵਲ ਅੱਛਾ ਲੱਗਿਆ ਹੋਏਗਾ ਜੀ। ਤਾਂ ਐਂਡ ਵਿੱਚ ਮੈਂ ਸਾਰੀ ਸੰਗਤ ਨਾਲ ਇਹ ਚੀਜ਼ ਸ਼ੇਅਰ ਕਰਨਾ ਚਾਹਾਂਗੀ ਜੀ ਕਿ ਇਹ ਸੁੰਦਰੀ ਦੀ ਕਹਾਣੀ ਤੋਂ ਸੁਰਸਤੀ ਤੋਂ ਸੁੰਦਰੀ ਕੌਰ ਤੱਕ ਸਾਨੂੰ ਕੀ ਸਿੱਖਣ ਨੂੰ ਮਿਲਿਆ। ਤਾਂ ਅਸੀਂ ਇਹ ਸਿੱਖ ਸਕਦੇ ਹਾਂ ਕਿ ਮੁਸ਼ਕਿਲਾਂ ਸਾਨੂੰ ਮਜ਼ਬੂਤ ਬਣਾਉਂਦੀਆਂ ਹਨ। ਜਿਵੇਂ ਕਿ ਅਸੀਂ ਦੇਖਿਆ ਕਿ ਪਹਿਲਾਂ ਸੁੰਦਰੀ ਕਿੰਨੀ ਕਮਜ਼ੋਰ ਸੀ, ਬਟ ਜਿਵੇਂ ਜਿਵੇਂ ਉਹਨੇ ਮੁਸ਼ਕਿਲਾਂ ਦਾ ਟਾਕਰਾ ਕੀਤਾ ਉਹ ਹੋਰ ਜ਼ਿਆਦਾ ਸਟਰੋਂਗ ਬਣ ਗਈ ਤੇ ਸੁੰਦਰੀ ਦਾ ਪਰਮਾਤਮਾ ਤੇ ਅਟੁੱਟ ਵਿਸ਼ਵਾਸ ਸੀ, ਉਹਨੂੰ ਆਪਣੇ ਪਰਮਾਤਮਾ ਤੇ ਭਰੋਸਾ ਸੀ ਤੇ ਆਈ ਫੀਲ ਕਿ ਸਾਨੂੰ ਵੀ ਇਸੇ ਤਰ੍ਹਾਂ ਹੀ ਆਪਣੇ ਪਰਮਾਤਮਾ ਤੇ ਭਰੋਸਾ ਹੋਣਾ ਚਾਹੀਦਾ ਹੈ। ਉਸਨੇ ਆਪਣੇ ਮਨ ਵਿੱਚੋਂ ਪਰਮਾਤਮਾ ਨੂੰ ਕਦੇ ਵੀ ਨਹੀਂ ਵਿਸਰਨ ਦਿੱਤਾ। ਤਾਂ ਆਈ ਹੋਪ ਕਿ ਤੁਸੀਂ ਸਾਰੇ ਇਹੋ ਜਿਹੇ ਸੁੰਦਰੀ ਵਰਗੇ ਨੋਵਲ ਜ਼ਰੂਰ ਪੜ੍ਹੋਗੇ ਜਿਨ੍ਹਾਂ ਤੋਂ ਆਪ ਸਭ ਨੂੰ ਕੋਈ ਨਾ ਕੋਈ ਪ੍ਰੇਰਨਾ ਮਿਲਦੀ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਵਾਹ ਜੀ ਮਨਮੀਨ ਕੌਰ ਜੀ, ਸਪੋਟਲਾਈਟ ਤੇ ਲਿਆਓ ਜੀ ਮਨਮੀਨ ਕੌਰ ਜੀ ਨੂੰ। ਸੋ ਇੰਨੀ ਸੋਹਣੀ ਕਿਤਾਬ ਤੇ ਉੱਪਰੋਂ ਦੀ ਇੰਨੀ ਸੋਹਣੀ ਪ੍ਰੈਜੈਂਟੇਸ਼ਨ ਤੇ ਉਸ ਤੋਂ ਬਾਅਦ ਇੰਨਾ ਸੋਹਣਾ ਕਨਫਿਊਜ਼ਨ। ਮੈਂ ਬਹੁਤ ਵਧਾਈਆਂ ਦਿੰਦੀ ਹਾਂ ਤੁਹਾਨੂੰ ਕਿ ਇੰਨੀ ਅੱਛੀ ਤਰੀਕੇ ਦੇ ਨਾਲ ਤੁਸੀਂ ਸਾਨੂੰ ਇਸ ਕਿਤਾਬ ਦੇ ਬਾਰੇ ਦੱਸਿਆ ਹੈ। ਤੇ ਵਾਕਈ ਹੀ ਮੈਨੂੰ ਲੱਗਦਾ ਹੈ ਕਿ ਭਾਈ ਵੀਰ ਸਿੰਘ ਜੀ ਦੀ ਕਿਤਾਬਾਂ ਬਹੁਤ ਹੀ ਜ਼ਿਆਦਾ ਪਾਵਰਫੁਲ ਨੇ ਤੇ ਭਾਈ ਵੀਰ ਸਿੰਘ ਜੀ ਸਾਡੇ ਪੰਥ ਨੂੰ ਇੱਕ ਬਲੈਸਿੰਗ ਦੀ ਤਰ੍ਹਾਂ ਮਿਲੇ ਨੇ। ਸੰਗਤ ਜੀ, ਮੈਂ ਤੁਹਾਨੂੰ ਇੱਕ ਗੱਲ ਸ਼ੇਅਰ ਕਰਨਾ ਚਾਹੁੰਦੀ ਹੈਗੀ ਕਿ ਮੈਂ ਪੜ੍ਹਿਆ ਸੀਗਾ ਕਿਧਰੇ ਕਿ ਜਿਹੜਾ ਸਾਡਾ ਮਨ ਹੈ ਨਾ ਉਹ ਹੁਕਮ ਦੀ ਪਾਲਣਾ ਨਹੀਂ ਕਰਦਾ, ਉਹ ਬਹੁਤ ਔਖ ਹੁੰਦੀ ਹੈ ਉਹਨੂੰ ਹੁਕਮ ਦੀ ਪਾਲਣਾ ਕਰਦੇ, ਪਰ ਉਹ ਰੀਸ ਬਹੁਤ ਵਧੀਆ ਕਰਦਾ ਹੈ। ਤੇ ਕਿੰਨਾ ਵਧੀਆ ਹੋਏ ਜੇ ਅਸੀਂ ਕਿਤਾਬਾਂ ਨੂੰ ਪੜ੍ਹੀਏ ਤੇ ਉਹ ਤਾਂ ਬਹੁਤ ਈਜ਼ੀਲੀ ਉਹਦੀ ਰੀਸ ਕਰੇਗਾ। ਤੇ ਭਾਈ ਵੀਰ ਸਿੰਘ ਜੀ ਦੀ ਲਿਖੀਆਂ ਹੋਈਆਂ ਕਿਤਾਬਾਂ ਵਰਗੀਆਂ ਅਗਰ ਰੀਸ ਹੋ ਜਾਏ ਤੇ ਕਿੰਨਾ ਹੀ ਵਧੀਆ ਹੋਏ, ਹਨਾ। ਸੋ ਥੈਂਕ ਯੂ ਸੋ ਮਚ ਮਨਮੀਨ ਕੌਰ ਜੀ, ਤੁਸੀਂ ਸਾਨੂੰ ਬਹੁਤ ਵਧੀਆ ਕਿਤਾਬ ਦੇ ਬਾਰੇ ਦੱਸਿਆ ਹੈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੈਕਸਟ ਅਸੀਂ ਅੱਗੇ ਵਧਦੇ ਹਾਂ। ਸਾਡੇ ਕੋਲ ਦੋ ਹੋਰ ਬੁਲਾਰੇ ਹਨ। ਮੈਂ ਪਹਿਲੇ ਜਸਜੋਤ ਸਿੰਘ ਜੀ ਨੂੰ ਬੁਲਾਉਣਾ ਚਾਹਾਂਗੀ। ਜਸਜੋਤ ਨੂੰ ਅੱਜ ਥੋੜੀ ਦੇਰ ਲਈ 10 ਮਿੰਟ ਦੇ ਲਈ ਆਪਾਂ ਟੈਕਨੋਲੋਜੀ ਤੋਂ ਬ੍ਰੇਕ ਦਿੰਦੇ ਹਾਂ ਤੇ ਉਹਨਾਂ ਦਾ ਟੌਪਿਕ ਹੈ ਜੀ, ਬੁੱਕ ਉਹਨਾਂ ਨੇ ਦੇਣੀ ਹੈ 1 ਮਿੰਟ ਮੈਨੇਜਰ।
ਸੋ ਤੁਹਾਡੇ ਕੋਲ 10 ਮਿੰਟ ਹੀ ਹੈ ਜੀ, ਤੇ ਆਓ ਜੀ ਆਪਣੀ ਪ੍ਰੈਜੈਂਟੇਸ਼ਨ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ ਸਕਰੀਨ ਆ ਰਹੀ ਹੈ? ਹਾਂਜੀ ਹਾਂਜੀ। ਸਾਧ ਸੰਗਤ ਜੀ, ਅੱਜ ਮੈਂ ਜਿਹੜੀ ਬੁੱਕ ਦਾ ਰਿਵਿਊ ਕਰਨ ਜਾ ਰਿਹਾ ਜੀ, ਉਹਦਾ ਨਾਮ ਹੈ ਜੀ ਦ 1 ਮਿੰਟ ਮੈਨੇਜਰ। ਇਹ ਮਤਲਬ ਇਹ ਬੁੱਕ ਹਰ ਇੱਕ ਲੀਡਰ ਨੂੰ, ਜਿਸਨੇ ਲੀਡਰ ਬਣਨਾ ਹੈ, ਹਰ ਇੱਕ ਮੈਨੇਜਰ ਨੂੰ, ਮੇਨਲੀ ਹਰ ਕਿਸੇ ਨੂੰ ਪੜ੍ਹਨੀ ਚਾਹੀਦੀ ਹੈ, ਜਿਹਨੂੰ ਕਿਉਂਕਿ ਹਰ ਕਿਸੇ ਨੂੰ ਕਿਸੇ ਨਾ ਕਿਸੇ ਟਾਈਮ ਤੇ ਲੀਡ ਕਰਨਾ ਹੀ ਪੈਂਦਾ ਹੈ। ਦ 1 ਮਿੰਟ ਮੈਨੇਜਰ, ਇਹ ਬੁੱਕ ਲਿਖੀ ਹੈ ਜੀ ਕੈਨ ਬਲੈਂਕਟ ਐਂਡ ਸਪੈਂਸਰ ਜੌਨਸਨ ਨੇ। ਇਹਨਾਂ ਨੇ ਇਸ ਸੀਰੀਜ਼ ਵਿੱਚ ਹੋਰ ਵੀ ਕਈ ਕਿਤਾਬਾਂ ਲਿਖੀਆਂ ਨੇ, ਜਿਵੇਂ ਦ ਨਿਊ 1 ਮਿੰਟ ਮੈਨੇਜਰ, ਦ 1 ਮਿੰਟ ਮੈਨੇਜਰ ਮੀਟਸ ਦ ਮੰਕੀ, ਤੇ ਹੋਰ ਵੀ ਕਈ ਲਿਖੀਆਂ ਨੇ ਹੈ। ਹਾਂਜੀ, ਇਸ ਦੇ ਅੰਦਰ ਕੁੱਲ 14 ਕੁ ਚੈਪਟਰਸ ਨੇ, ਤੇ ਬਹੁਤ ਛੋਟੇ ਛੋਟੇ ਚੈਪਟਰਸ ਨੇ, ਤੇ ਹਰ ਪੇਜ ਵਿੱਚ 1 ਤੋਂ 2 ਪੈਰਾਗ੍ਰਾਫਸ ਨੇ ਬਸ। ਤੇ ਇੱਕ ਚੀਜ਼ ਤੁਸੀਂ ਨੋਟਿਸ ਕਰੋਗੇ ਕਿ ਜਿਹੜੇ ਮੇਨ ਚੈਪਟਰਸ ਨੇ ਉਸ ਤੋਂ ਬਾਅਦ ਉਹਨਾਂ ਦੀ ਇੱਕ ਸਮਰੀ ਵੀ ਦਿੱਤੀ ਹੋਈ ਹੈ, ਤਾਂ ਜੋ ਤੁਹਾਨੂੰ ਇੱਕ ਤਰੀਕੇ ਨਾਲ ਉਹ ਆਪ ਦੇ ਤੌਰ ਤੇ ਗਿਆਨ ਗੋਲਕ ਬਣਾ ਕੇ ਦੇ ਰਹੇ ਨੇ, ਤਾਂ ਜੋ ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਜਾਏ ਤੇ ਚੈਪਟਰ ਦਾ ਜਿਹੜਾ ਮੇਨ ਸਾਰ ਹੈਗਾ ਤੁਸੀਂ ਉਹਨੂੰ ਅੱਛੀ ਤਰ੍ਹਾਂ ਸਮਝ ਸਕੋ। ਸੋ ਬੁੱਕ ਦੀ ਸਟਾਰਟਿੰਗ ਕੁਝ ਇਸ ਤਰ੍ਹਾਂ ਹੁੰਦੀ ਹੈ ਜੀ ਕਿ ਇੱਕ ਆਦਮੀ ਹੁੰਦਾ ਹੈ, ਉਹਦੇ ਮਨ 'ਚ ਇੱਕ ਸਵਾਲ ਹੁੰਦਾ ਹੈ ਕਿ ਉਹ ਇੱਕ ਇਹੋ ਜਿਹਾ ਮੈਨੇਜਰ ਲੱਭਣਾ ਚਾਹੁੰਦਾ ਹੈ ਜਿਹੜਾ ਬਹੁਤ ਜ਼ਿਆਦਾ ਵਧੀਆ ਹੋਵੇ, ਬਹੁਤ ਜ਼ਿਆਦਾ ਇਫੈਕਟਿਵ ਹੋਵੇ, ਤੇ ਪਰ ਉਹਨੂੰ ਕੋਈ ਮਿਲਦਾ ਨਹੀਂ ਹੈਗਾ। ਉਹ ਕੋਈ ਇਹੋ ਜਿਹੇ ਮੈਨੇਜਰ ਕੋਲ ਕੰਮ ਕਰਨਾ ਚਾਹੁੰਦਾ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਹੋਵੇ। ਤੇ ਨਾ ਇੱਕ ਦਿਨ ਉਹਨੂੰ ਗੱਲ ਪਤਾ ਚੱਲਦੀ ਹੈ ਕਿ ਇੱਕ ਦ 1 ਮਿੰਟ ਮੈਨੇਜਰ ਹੈਗਾ। ਉਹ ਪਹਿਲੇ ਨਾਮ ਤੋਂ ਤਾਂ ਸੋਚਦਾ ਕਿ ਨਾਮ ਕਿਹੋ ਜਿਹਾ, ਦ 1 ਮਿੰਟ ਮੈਨੇਜਰ, ਪਰ ਉਹ ਤਾਂ ਵੀ ਉਸਨੂੰ ਮਿਲਣ ਚਲੇ ਜਾਂਦਾ ਹੈ। ਤੇ ਉਹਨੂੰ ਪਤਾ ਚੱਲਦਾ ਹੈ ਕਿ ਉਹ 1 ਮਿੰਟ ਮੈਨੇਜਰ ਇਸ ਲਈ ਕਿਹਾ ਜਾਂਦਾ ਹੈ ਕਿ ਉਹ ਸਾਰੀ ਆਪਣੀ ਪੀਪਲ ਦੀ ਪ੍ਰੋਬਲਮ ਸੋਲਵ ਕਰ ਦਿੰਦਾ, ਨਹੀਂ ਜਲਦੀ ਸੋਲਵ ਕਰ ਦਿੰਦਾ, ਬਹੁਤ ਘੱਟ ਸਮੇਂ ਸੋਲਵ ਕਰ ਦਿੰਦਾ। ਤੇ ਜਦੋਂ ਉਸ ਤੋਂ ਪੁੱਛਦਾ ਕਿ ਉਹਦਾ ਸੀਕ੍ਰੇਟ ਕੀ ਹੈਗਾ ਕਿ ਇੰਨਾ ਤੁਸੀਂ ਉਹ ਇੰਨਾ ਵਧੀਆ ਮੈਨੇਜਰ ਕਿਵੇਂ ਹੈਗਾ, ਤੇ ਉਹ ਅੱਗੇ ਉਹਨੂੰ ਆਪਣੇ 3 ਸਬੋਰਡੀਨੇਟਸ ਕੋਲ ਭੇਜ ਦਿੰਦਾ ਕਿ ਉਹ ਉਹਨੂੰ ਦੱਸਣ। ਉਹ ਸਭ ਤੋਂ ਪਹਿਲੇ ਜਾਂਦਾ ਜੀ ਮਿਸਟਰ ਟ੍ਰੈਨਲ ਕੋਲ। ਉਹਨੂੰ ਸਭ ਤੋਂ ਪਹਿਲਾ ਸੀਕ੍ਰੇਟ ਦੱਸਦਾ ਹੈ ਜੀ 1 ਮਿੰਟ ਗੋਲ ਸੈਟਿੰਗ। ਉਹਨੇ 1 ਮਿੰਟ ਗੋਲ ਸੈਟਿੰਗਸ ਵਿੱਚ ਉਹ ਦੱਸਦਾ ਹੈ ਕਿ ਸਭ ਤੋਂ ਪਹਿਲੇ ਐਗਰੀ ਔਨ ਯੋਰ ਗੋਲਸ, ਕਿ ਜਿਹੜਾ ਜਿਹਨੂੰ ਤੁਸੀਂ ਲੀਡ ਕਰ ਰਹੇ ਹੋ ਤੇ ਜਿਹੜਾ ਲੀਡਰ ਹੈਗਾ ਉਹਨੂੰ ਦੋਨਾਂ ਦੇ ਗੋਲ ਸੇਮ ਹੋਣੇ ਚਾਹੀਦੇ ਨੇ। ਇਹ ਨਹੀਂ ਕਿ ਜੋ ਇੱਕ ਸਬੋਰਡੀਨੇਟ ਹੈ ਜਿਹੜਾ EMPLOYEE ਹੈਗਾ ਉਹ ਕੋਈ ਹੋਰ ਗੋਲਸ ਦੇ ਪਿੱਛੇ ਚੱਲ ਰਿਹਾ, ਕੋਈ ਹੋਰ ਕੰਮ ਕਰਨਾ ਚਾਹ ਰਿਹਾ, ਪਰ ਜਿਹੜਾ ਮਾਲਿਕ ਹੈਗਾ ਉਹਦੇ ਦਿਮਾਗ 'ਚ ਕੋਈ ਹੋਰ ਗੱਲ ਚੱਲ ਰਹੀ ਹੈ। ਇਸ ਲਈ ਸਭ ਤੋਂ ਪਹਿਲੇ ਹੈ ਜੀ ਅਗਰੀ ਔਨ ਯੋਰ ਗੋਲਸ। ਫਿਰ ਆਉਂਦਾ ਜੀ ਸੀ ਵਾਟ ਗੁੱਡ ਬਿਹੇਵੀਅਰ ਲੁਕਸ ਲਾਈਕ, ਕਿ ਜਿਹੜਾ ਤੁਸੀਂ ਉਹ ਗੋਲ ਹੈ ਉਹਨੂੰ ਅਚੀਵ ਕਰਨ ਵਾਸਤੇ ਤੁਹਾਡਾ ਬਿਹੇਵੀਅਰ ਕਿਹੋ ਜਿਹਾ ਹੋਣਾ ਚਾਹੀਦਾ, ਤੁਸੀਂ ਉਸ ਗੋਲ ਦੇ ਵੱਲ ਕਿਹੋ ਜਿਹਾ ਆਪਣਾ ਰਿਸਪੌਂਸ ਦੇਣਾ, ਉਹ ਹੋਣਾ ਚਾਹੀਦਾ, ਉਹ ਦੇਖਣਾ। ਫਿਰ ਆਉਂਦਾ ਰਾਈਟ ਆਊਟ ਈਚ ਯੋਰ ਗੋਲਸ ਔਨ ਅ ਸਿੰਗਲ ਸ਼ੀਟ ਆਫ ਪੇਪਰ ਯੂਜ਼ਿੰਗ ਲੈਸ ਦੈਨ 250 ਵਰਡਸ। ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਜੀ ਕਿ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਦੋਨਾਂ ਨੇ ਗੋਲ ਸੋਚਿਆ ਹੈਗਾ ਇੱਕ ਸ਼ੀਟ ਤੇ ਲਿਖ ਲਓ ਉਹਨੂੰ ਲੈਸ ਦੈਨ 250 ਵਰਡਸ ਵਿੱਚ। ਉਹਦੇ 'ਚ ਕੀ ਲਿਖਣਾ ਹੈ? ਗੋਲ, ਤੁਹਾਡਾ ਗੋਲ ਕੀ ਹੈ, ਉਦੋਂ ਤੁਸੀਂ ਕਿਉਂ ਕਰਨਾ ਚਾਹੁੰਦੇ ਹੋ, ਉਹਦੇ 'ਚ ਤੁਹਾਡੀ ਪਰਫਾਰਮੈਂਸ ਕਿਹੋ ਜਿਹੀ ਚਾਹੁੰਦੇ ਹੋ, ਤੁਸੀਂ ਰੋਜ਼ ਦੀ ਪਰਫਾਰਮੈਂਸ ਦੱਸੋ, ਤੇ ਲਾਸਟ ਤੇ ਲਿਖਣਾ ਕਿ ਤੁਹਾਡਾ ਮਤਲਬ ਤੁਸੀਂ ਲਾਸਟ ਤੇ ਹਰ ਵਾਰੀ ਰਿਜ਼ਲਟ ਕਿਹੋ ਜਿਹਾ ਚਾਹੁੰਦੇ ਹੋ। ਫਿਰ ਆਂਦਾ ਜੀ ਰੀਡ ਐਂਡ ਰੀਡ ਈਚ ਗੋਲ ਵਿਚ ਰਿਕੁਆਇਰਸ ਓਨਲੀ 1 ਮਿੰਟ ਔਰ ਸੋ ਈਚ ਟਾਈਮ ਯੂ ਡੂ ਇਟ। ਕਿਉਂਕਿ ਸਾਡੇ 250 ਵਰਡਸ ਤੋਂ ਲੈਸ ਤੇ ਅਸੀਂ ਲਿਖੇ ਹੋਏ ਨੇ, ਤੇ ਉਹ ਇੱਕ ਨੂੰ ਰੀਡ ਕਰਦੇ ਸਾਨੂੰ 1 ਮਿੰਟ ਤੋਂ ਘੱਟ ਲੱਗਦਾ, ਤੇ ਉਹ ਕਹਿੰਦੇ ਕਿ ਸਾਨੂੰ ਰੋਜ਼ ਪੜ੍ਹਨਾ ਚਾਹੀਦਾ ਹੈਗਾ। ਤੇ ਫਿਰ ਆਂਦਾ ਹੈ ਕਿ ਟੇਕ ਅ ਮਿੰਟ ਐਵਰੀ ਵਨਸ ਇਨ ਅ ਡੇ ਵਾਈਲ ਆਊਟ ਆਫ ਯੋਰ ਡੇ ਟੂ ਲੁੱਕ ਐਟ ਯੋਰ ਪਰਫਾਰਮੈਂਸ, ਕਿ ਹਰ ਦਿਨ ਘੱਟੋ ਘੱਟ 1 ਮਿੰਟ ਕੱਢੋ ਜਿਹਦੇ ਤੁਸੀਂ ਆਪਣੀ ਪਰਫਾਰਮੈਂਸ ਦੇਖੋ ਤੇ ਉਹਨੂੰ ਉਸ ਸ਼ੀਟ ਨਾਲ ਮੈਚ ਕਰੋ ਕਿ ਜਿਹੜੀ ਚੀਜ਼ ਤੁਸੀਂ ਸੋਚੀ ਸੀ ਕਿ ਮੇਰੇ ਪਰਫਾਰਮੈਂਸ ਇਹੋ ਜਿਹੀ ਹੈਗੀ ਹੈ ਤੇ ਉਹੋ ਜਿਹੀ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ। ਸੀ ਵੈਦਰ ਨਾਟ ਯੋਰ ਬਿਹੇਵੀਅਰ ਮੈਚਿਸ ਯੋਰ ਗੋਲ, ਕਿ ਜਿਹੜਾ ਤੁਸੀਂ ਬਿਹੇਵ ਕਰ ਰਹੇ ਹੋ, ਜਿਹੜੇ ਤੁਸੀਂ ਰਿਸਪੌਂਸਿਸ ਦੇ ਰਹੇ ਹੈਗੇ ਹੋ, ਉਹ ਤੁਹਾਡੇ ਗੋਲ ਦੇ ਨਾਲ ਮੈਚ ਕਰਦੇ ਹੈ ਕਿ ਨਹੀਂ ਕਰਦੇ ਹੈਗੇ। ਉਹ ਤੁਹਾਨੂੰ ਗੋਲ ਦੇ ਵੱਲ ਜਾਣ ਨੂੰ ਮੋਟੀਵੇਟ ਕਰ ਰਿਹਾ ਹੈ ਜਾਂ ਫਿਰ ਤੁਹਾਨੂੰ ਗੋਲ ਤੋਂ ਭਟਕਾ ਰਹੇ ਹੈਗੇ ਆ, ਉਹ ਤੁਸੀਂ ਨੋਟਿਸ ਕਰੋ। ਉਸ ਤੋਂ ਬਾਅਦ ਉਹ ਬੰਦਾ ਜਾਂਦਾ ਹੈ ਮਿਸਟਰ ਲੈਵੀ ਕੋਲ। ਉਹ ਮਿਸਟਰ ਲੈਵੀ ਉਹਨੂੰ ਅਗਲਾ ਸੀਕ੍ਰੇਟ ਦਿੰਦਾ ਹੈ ਜੀ
द 1 मिनट प्रेजिंग। ਉਹਨੇ 1 ਮਿੰਟ ਪ੍ਰੇਜ਼ਿੰਗ ਚੋਂ ਦੱਸਦਾ ਹੈ ਕਿ ਸਭ ਤੋਂ ਪਹਿਲੇ ਟੈਲ ਪੀਪਲ ਅਪ ਫਰੰਟ that you are going to let them know how they are doing, ਕਿ ਬੰਦਿਆਂ ਨੂੰ ਦੱਸ ਦਿਓ, ਪਹਿਲੇ ਦੱਸ ਦਿਓ ਕਿ ਮੈਂ ਉਹਨਾਂ ਨੂੰ ਤੁਹਾਨੂੰ ਦੱਸਦਾ ਰਹੂੰਗਾ ਹਰ ਵਾਰੀ ਕਿ ਤੁਸੀਂ ਕਿਹੋ ਜਿਹਾ ਕੰਮ ਕਰ ਰਹੇ ਹੋ। ਤੇ ਫਿਰ ਉਹ ਦੱਸਦਾ ਹੈ ਕਿ ਹਰ ਬੰਦੇ ਨੂੰ ਜੇ ਕੋਈ ਚੰਗਾ ਕੰਮ ਕਰਦਾ ਹੈ ਤੇ ਉਹਨੂੰ ਨਾਲ ਦੇ ਨਾਲ ਪ੍ਰੇਜ਼ ਕਰ ਦਿਓ, ਤੇ ਉਹਨੂੰ ਆਪਣੀ ਜਿਹੜੀ ਤੁਸੀਂ ਉਹਨੂੰ ਪ੍ਰੇਜ਼ ਕਰ ਰਹੇ ਹੈਗੇ ਹੋ ਉਹਦੇ ਵਿੱਚ ਸਪੈਸੀਫਿਕ ਰਹੋ। ਇਹ ਗੱਲ ਨਹੀਂ ਹੈ ਕਿ ਘੁਮਾ ਫਿਰਾ ਕੇ ਉਹਦੀ ਤਾਰੀਫ ਕਰਨੀ ਹੈ, ਉਹਨੂੰ ਸਿੱਧੀ ਗੱਲ ਹੈ ਤੂੰ ਇਹ ਕੰਮ ਕੀਤਾ ਤੇ ਇਹ ਕੰਮ ਮੈਨੂੰ ਬਹੁਤ ਚੰਗਾ ਲੱਗਿਆ। ਤੇ ਫਿਰ ਉਸ ਤੋਂ ਬਾਅਦ ਆਉਂਦਾ ਟੈਲ ਪੀਪਲ ਹਾਊ ਗੁੱਡ ਯੂ ਫੀਲ ਅਬਾਊਟ ਵਾਟ ਦੇ ਡਿਡ ਰਾਈਟ ਐਂਡ ਹਾਊ ਇਟ ਹੈਲਪਸ ਦੀ ਆਰਗੇਨਾਈਜੇਸ਼ਨ ਐਂਡ ਅਦਰ ਪੀਪਲ ਹੂ ਵਰਕ ਦੇਅਰ, ਕਿ ਸਭ ਉਹਨੂੰ ਦੱਸੋ ਕਿ ਆਪਣੀ ਅੰਦਰ ਦੀ ਫੀਲਿੰਗਸ ਦੱਸੋ ਉਹਨੂੰ ਕਿ ਹਾਂ ਤੂੰ ਇਹ ਕੰਮ ਕੀਤਾ, ਮੈਨੂੰ ਬਹੁਤ ਚੰਗਾ ਲੱਗਿਆ, ਮੈਨੂੰ ਬਹੁਤ ਖੁਸ਼ੀ ਹੋਈ, ਤੇ ਤੇਰੇ ਇਸ ਕੰਮ ਕਰਨ ਨਾਲ ਸਾਡੀ ਆਰਗੇਨਾਈਜੇਸ਼ਨ ਨੂੰ ਇੱਥੇ ਫਾਇਦਾ ਹੋ ਰਿਹਾ ਤੇ ਸਾਡੇ ਜਿਹੜੇ ਹੋਰ ਬੰਦੇ ਨੇ ਉਹਨਾਂ ਨੂੰ ਇੱਥੇ ਫਾਇਦਾ ਹੋ ਰਿਹਾ। ਇਸ ਨਾਲ ਉਹ ਬੰਦਾ ਬਹੁਤ ਜ਼ਿਆਦਾ ਮੋਟੀਵੇਟ ਹੁੰਦਾ ਰਹੇਗਾ ਤੇ ਹੋਰ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰੇਗਾ ਜੀ। ਫਿਰ ਆਂਦਾ ਹੈ ਕਿ ਇਹ ਸਭ ਕਰਨ ਤੋਂ ਬਾਅਦ ਥੋੜੀ ਦੇਰ ਦਾ ਸਾਇਲੈਂਸ ਰੱਖੋ ਤੇ ਉਹਨੂੰ ਫੀਲ ਕਰਨ ਦਾ ਮੌਕਾ ਦਿਓ ਕਿ ਹਾਂ ਮੇਰੀ ਪ੍ਰੇਜ਼ ਹੋ ਰਹੀ ਹੈ। ਫਿਰ ਉਸ ਤੋਂ ਬਾਅਦ ਜਾਂਦੇ encourage them to do more of the same, ਉਹਨੂੰ encourage ਕਰੋ ਕਿ ਹਾਂ ਤੂੰ ਬਹੁਤ ਵਧੀਆ ਕੰਮ ਕਰ ਰਿਹਾ, ਤੂੰ ਹੋਰ ਚੰਗਾ ਕਰਦਾ ਰਹਿ। ਤੇ ਲਾਸਟ ਤੇ ਆਂਦਾ shake hands or touch people in a way that make it clear that you support their success in the organization। ਲਾਸਟ ਨੂੰ ਐਜ਼ ਇੱਕ ਇਹੋ ਜਿਹਾ ਮਿਲੋ, ਉਹਨੂੰ ਇਹੋ ਜਿਹਾ ਮਿਲੋ, ਇਹੋ ਜਿਹੇ ਹੱਥ ਮਿਲਾਓ ਕਿ ਉਹਨੂੰ ਐਵੇਂ ਫੀਲ ਹੋਵੇ ਕਿ ਹਾਂ ਉਹ ਤੁਹਾਨੂੰ ਸਪੋਰਟ ਕਰ ਰਿਹਾ। ਇੱਕ ਲੀਡਰ ਆਪਣੇ ਸਬਆਰਡੀਨੇਟ ਨੂੰ ਕਹੇ ਕਿ ਮੈਂ ਤੈਨੂੰ ਸਪੋਰਟ ਕਰ ਰਿਹਾ ਹੈਗਾ ਤਾਂ ਜੋ ਹੋਰ ਸਕਸੈਸ ਆ ਸਕੇ। ਲਾਸਟ ਤੇ ਉਹ ਮਿਲਦਾ ਹੈ ਮਿਸ ਬਰਾਊਨ ਨੂੰ। ਉਹ ਉਹਨੂੰ ਦੱਸਦੀ ਹੈ ਸੀਕ੍ਰੇਟ ਦੀ the 1 minute reprimand। ਹੁਣ ਇਹ reprimand ਹੈ ਜੀ a formal expression of disapproval, ਮਤਲਬ ਕਿ ਨਿਰਾਸ਼ਤਾ। ਉਹ ਉਹਦੇ ਚ ਸਭ ਤੋਂ ਪਹਿਲੇ ਦੱਸਦੀ ਹੈ ਕਿ tell people beforehand that you are going to let them know how they are doing and in no uncertain terms, ਕਿ ਬੰਦਿਆਂ ਨੂੰ ਪਹਿਲੇ ਹੀ ਦੱਸ ਦਿਓ ਕਿ ਉਹ ਉਹਨਾਂ ਨੂੰ ਦੱਸ ਦਿਓ ਕਿ ਮੈਂ ਉਹਨਾਂ ਨੂੰ ਦੱਸਣ ਲੱਗਾ ਕਿ ਕਿਹੋ ਜਿਹਾ ਕੰਮ ਕਰ ਰਹੇ ਨੇ ਤੇ ਆਪਣਾ ਬਿਲਕੁਲ ਸਰਟਨ ਟਰਮਸ ਵਿੱਚ ਦੱਸਣਾ, ਕੱਲ ਘੁਮਾ ਫਿਰਾ ਕੇ ਨਹੀਂ ਕਰਨੀ ਹੈ। ਹੁਣ ਇਹ ਜਿਹੜਾ ਰੈਪਰੀਮੈਂਡ ਦਾ ਸਟੈਪ ਹੈ ਨਾ, ਇਹਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਜੀ। ਤਾਂ ਫਸਟ ਹਾਫ ਆਫ ਰੈਪਰੀਮੈਂਡ ਹੈ ਕਿ ਰੈਪਰੀਮੈਂਡ ਪੀਪਲ ਇਮੀਡੀਏਟਲੀ, ਜਿਵੇਂ ਅਸੀਂ ਪ੍ਰੇਜ਼ ਪੀਪਲ ਇਮੀਡੀਏਟਲੀ ਕਰਨਾ ਨਾ ਬੰਦਿਆਂ ਦੀ ਤਾਰੀਫ, ਤੇ ਉਹਨਾਂ ਦੀ ਜਿਹੜੀ ਰੈਪਰੀਮੈਂਡ ਵੀ ਉਹਨਾਂ ਨੂੰ ਇਮੀਡੀਏਟਲੀ ਕਰ ਦੇਣਾ। ਤੇ ਇਹ ਨਹੀਂ ਹੈ ਕਿ ਉਹਨੂੰ ਉਹਦੀ ਜਿਹੜੀ ਉਹਨੇ ਗੱਲ ਕੀਤੀ ਹੈ ਉਹਦੇ ਪਿੱਛੇ ਸਪੈਸੀਫਿਕ ਰਹਿਣਾ, ਗੱਲ ਘੁਮਾ ਫਿਰਾ ਕੇ ਨਹੀਂ ਕਰਨੀ ਹੈ। ਤੇ ਉਸ ਤੋਂ ਬਾਅਦ ਉਹਨੂੰ ਇਹ ਦੱਸਣਾ ਜ਼ਰੂਰ ਹੈ ਕਿ ਜਿਹੜੀ ਤੂੰ ਗੱਲ ਕੀਤੀ ਹੈ, ਗੱਲ ਕੀਤੀ ਹੈ ਉਹਦੇ ਨਾਲ ਮੈਨੂੰ ਕਿਹੋ ਜਿਹਾ ਫੀਲ, ਮੈਨੂੰ ਗੁੱਸਾ ਆ ਰਿਹਾ ਹੈ, ਮੈਨੂੰ ਨਿਰਾਸ਼ਤਾ ਹੋ ਰਹੀ ਹੈ, ਉਹਨੂੰ ਇਹ ਗੱਲ ਜ਼ਰੂਰ ਦੱਸੋ। ਤੇ ਉਸ ਤੋਂ ਬਾਅਦ ਦੱਸੋ ਕਿ ਉਸ ਤੋਂ ਬਾਅਦ ਇੱਕ ਫਿਊ ਸੈਕਿੰਡਸ ਦਾ ਸਾਇਲੈਂਸ ਰੱਖੋ ਕਿ ਉਹਨੂੰ ਪਤਾ ਤਾਂ ਚੱਲੇ, ਉਹਨੂੰ ਪ੍ਰੋਸੈਸ ਤਾਂ ਹੋਵੇ ਕਿ ਹਾਂ ਮੈਂ ਕੁਝ ਗਲਤ ਕੀਤਾ ਹੈ, ਮੇਰੇ ਬੌਸ ਨੂੰ, ਮੇਰੇ ਲੀਡਰ ਨੂੰ ਇਹ ਗੱਲ ਪਸੰਦ ਨਹੀਂ ਆਈ ਹੈ। ਫਿਰ ਸੈਕਿੰਡ ਹਾਫ ਵਿੱਚ ਦੱਸਦੇ ਹੈ ਕਿ ਉਹ ਸ਼ੇਕ ਹੈਂਡਸ ਐਂਡ ਟਚ them in the way that lets you know that you are honestly on their side, ਕਿ ਉਹਦੇ ਨਾਲ ਹੱਥ ਮਿਲਾਓ, ਉਹਦੇ ਨਾਲ ਇਹੋ ਜਿਹਾ ਮਿਲੋ ਕਿ ਉਹਨੂੰ ਫੀਲ ਹੋਵੇ ਹਾਂ ਭਲੇ ਮੈਂ ਗਲਤੀ ਕੀਤੀ ਹੈ ਪਰ ਜਿਹੜਾ ਮੇਰਾ ਬੌਸ ਹੈਗਾ ਉਹ ਮੇਰੇ ਨਾਲ ਹਲੇ ਖੜਾ ਹੈਗਾ, ਉਹ ਮੇਰੇ ਤੋਂ ਉਹ ਰੁੱਠਿਆ ਨਹੀਂ ਹੈਗਾ ਪਰ ਮੇਰੇ ਨਾਲ ਖੜਾ ਹੈ। ਤੇ ਰਿਮਾਈਂਡ them how much you value them, ਕਿ ਉਹਨਾਂ ਨੂੰ ਇਹ ਅਹਿਸਾਸ ਕਰਾਓ ਕਿ ਹਾਂ ਮੈਨੂੰ ਤੇਰੀ ਬਹੁਤ ਜ਼ਿਆਦਾ ਕਦਰ ਹੈਗੀ ਹੈ। ਤੇ ਰੀਅਫਰਮ that you think well of them but not of their performance in this situation, ਕਿ ਉਹਨਾਂ ਨੂੰ ਇਹ ਵਿਸ਼ਵਾਸ ਦਿਲਾਓ ਕਿ ਮੈਂ ਤੇਰੇ ਤੋਂ ਉਦਾਸ ਨਹੀਂ ਆ, ਮੈਂ ਤੇਰੇ ਤੋਂ ਨਿਰਾਸ਼ ਨਹੀਂ ਆ, ਬਟ ਮੈਂ ਤੇਰੀ ਜਿਹੜੀ ਤੂੰ ਇਹ ਪਰਫਾਰਮੈਂਸ ਕੀਤੀ ਹੈ ਨਾ ਇਸ ਸਿਚੁਏਸ਼ਨ ਦੇ ਅੰਦਰ, ਇਹ ਤੇਰੀ ਪਰਫਾਰਮੈਂਸ ਸਹੀ ਨਹੀਂ ਸੀ, ਮੈਂ ਉਸ ਤੋਂ ਨਿਰਾਸ਼ ਆ ਪਰ ਮੈਂ ਤੇਰੇ ਤੋਂ ਨਿਰਾਸ਼ ਨਹੀਂ ਹੈ। ਫਿਰ ਉਹਨੂੰ ਇਹ ਰਿਅਲਾਈਜ਼, ਫਿਰ ਇੱਕ ਇਹ ਰਿਅਲਾਈਜ਼ ਰੱਖੋ ਕਿ ਜਦ ਤੁਸੀਂ ਇੱਕ ਵਾਰੀ ਉਹਨੂੰ ਡਾਂਟਤਾ ਕਿ ਇਹ ਕੰਮ ਪ੍ਰੋਸੈਸ ਖਤਮ ਹੋ ਗਿਆ ਰੈਪਰੀਮੈਂਡ ਦਾ, ਤੇ ਇਟਸ ਓਵਰ, ਕਿ ਵਾਰੀ ਉਹਨੂੰ ਡਾਂਟੀ ਨਹੀਂ ਜਾਣਾ ਕਿ ਹਾਂ ਉਹਨੇ ਇੱਕ ਵਾਰੀ ਗਲਤੀ ਕਰਤੀ ਤੇ ਵਾਰੀ ਉਹਨੂੰ ਗੁੱਸਾ ਰਹੋ ਉਸ ਤੋਂ ਕਾਫੀ ਦੇਰ ਤੱਕ ਤੇ ਉਹਨੂੰ ਟੌਂਟ ਕੱਸੀ ਜਾਓ, ਤੇ ਐਵੇਂ ਨਹੀਂ ਕਰਨਾ ਸੀ। ਇਹ ਸੀਗਾ ਜੀ the 1 minute ਬੁੱਕ ਦਾ ਇੱਕ ਛੋਟਾ ਜਿਹਾ ਰਿਵਿਊ ਦਿੱਤਾ ਸੀ ਜੀ ਮੈਂ। ਇਸ ਤੋਂ ਬਾਅਦ ਹਲੇ ਬੁੱਕ ਵਿੱਚ ਹੋਰ ਵੀ ਕਈ ਗੱਲਾਂ ਨੇ ਜਿਹਦੇ ਵਿੱਚ ਉਹ ਦੱਸਦੇ ਨੇ ਕਿ ਇਹ ਜਿਹੜਾ ਪ੍ਰੋਸੈਸ ਹੈਗਾ, ਇਹ ਜਿਹੜੇ ਅਸੀਂ 3 ਸੀਕ੍ਰੇਟਸ ਦੱਸੇ ਨੇ ਉਹ ਅੱਗੇ ਕਿਵੇਂ ਕੰਮ ਕਰਦੇ ਨੇ, ਉਹਨਾਂ ਦੇ ਪਿੱਛੇ ਦਾ ਜਿਹੜਾ ਸਾਇੰਟੀਫਿਕ ਮੈਥਡ ਹੈਗਾ, ਜਿਹੜਾ ਉਹ
ਵਰਕਿੰਗ ਚੱਲ ਰਹੀ ਹੈ ਉਹ ਕੀ ਹੈਗੇ ਜਿਹੜਾ ਅਸੀਂ ਯੂਜ਼ ਕਰਨਾ ਹੈ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਵਾਹ ਜੀ, ਬਹੁਤ ਵਧੀਆ ਕਿਤਾਬ। ਸੰਗਤ ਜੀ, ਇਹ ਕਿਤਾਬ ਸਿਰਫ ਮੈਨੇਜਰਸ ਦੇ ਲਈ ਹੀ ਹੋਏਗੀ? ਸਿਰਫ ਮੈਨੇਜਰਸ ਨੂੰ ਪੜ੍ਹਨੀ ਚਾਹੀਦੀ ਹੈ ਕਿ ਵੀ 1 ਮਿੰਟ ਮੈਨੇਜਰ ਲਿਖਿਆ ਹੋਇਆ ਹੈ ਤੇ ਸਿਰਫ ਮੈਨੇਜਰ ਹੀ ਪੜ੍ਹਨ? ਫਿਰ ਮੈਨੂੰ ਲੱਗਦਾ ਹੈ ਕਿ ਇਹ ਕਿਤਾਬ ਤੇ ਹਰੇਕ ਦੇ ਘਰ ਵਿੱਚ ਹੋਏ। ਅਗਰ ਇਹੀ ਰੂਲਸ ਅਸੀਂ ਆਪਣੇ ਘਰ ਅਪਣਾ ਲਈਏ ਤੇ ਕਿੰਨਾ ਵਧੀਆ ਹੋਏਗਾ, ਕਿੰਨੀ ਸੈਟਿਸਫੈਕਸ਼ਨ ਹੋਏਗੀ ਹਰੇਕ ਰਿਲੇਸ਼ਨ ਦੇ ਵਿੱਚ। ਇੱਕ ਮੈਨੂੰ ਗੱਲ ਯਾਦ ਆ ਰਹੀ ਸੀ ਕਿ ਜਿਹੜੀ ਜਸਜੋਤ ਨੇ ਮੈਂਸ਼ਨ ਕੀਤੀ ਹੈ, ਅਸੀਂ ਇੱਕ ਗੱਲ ਕਹਿੰਦੇ ਹੁੰਦੇ ਆ ਵੀ ਤਾਰੀਫ ਜਿਹੜੀ ਹੈਗੀ ਹੈ ਉਹ ਸਭ ਦੇ ਸਾਹਮਣੇ ਕਰਨੀ ਚਾਹੀਦੀ ਹੈ, ਤੇ ਜਿਹੜੀ ਕਿਸੇ ਦੀ ਗਲਤੀਆਂ ਨਿਕਾਲਣੀਆਂ ਉਹਨੂੰ ਪ੍ਰਾਈਵੇਟਲੀ ਜਾ ਕੇ ਦੱਸ ਦੋ ਵੀ ਤੇਰੀ ਇਹ ਗਲਤੀ ਸੀ ਕਿ ਤੂੰ ਅੱਗੇ ਤੋਂ ਨਾ ਕਰੀ। ਕਿੰਨੀ ਵਧੀਆ ਕਿਤਾਬ ਤੇ ਕਿੰਨੀ ਵਧੀਆ ਪ੍ਰੈਜੈਂਟੇਸ਼ਨ ਅਗੇਨ। ਤੇ ਮੈਂ ਦੱਸ ਦਿਆਂ ਮਨਮੀਨ ਕੌਰ ਜੀ ਨੂੰ ਵੀ ਤੇ ਜਸਜੋਤ ਸਿੰਘ ਜੀ ਨੂੰ ਵੀ ਕਿ ਤੁਹਾਡੀ ਚੈਟ ਦੇ ਵਿੱਚ ਬਹੁਤ ਤਾਰੀਫ ਆਈਆਂ, ਦੋਨਾਂ ਦੇ ਪ੍ਰੈਜੈਂਟੇਸ਼ਨ ਦੇ ਵਿੱਚ ਵੀ, ਦੇਣ ਵਿੱਚ ਵੀ ਤੇ ਸਲਾਈਡਸ ਦੇ ਵਿੱਚ ਵੀ। ਸੋ ਵਧਾਈਆਂ ਜੀ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੈਕਸਟ ਅਸੀਂ ਜਿਹੜੀ ਪ੍ਰੈਜੈਂਟੇਸ਼ਨ ਹੈਗੀ ਹੈ ਉਹ ਹੈ ਗੁਰਵੀਰ ਸਿੰਘ ਅੰਕਲ ਜੀ ਦੀ। ਇਹਨਾਂ ਦਾ ਬੁੱਕ ਹੈ ਜੀਵਨ ਬਦਲ ਗਏ। ਮੈਂ ਤੁਹਾਨੂੰ ਦੱਸ ਦਿਆਂ, ਗੁਰਵੀਰ ਸਿੰਘ ਜੀ ਅੰਕਲ ਸੁਕਰੇ ਦੇ ਵਿੱਚ ਆਪਣੀ ਬਹੁਤ ਵਧੀਆ ਸੇਵਾਵਾਂ ਨਿਭਾਉਂਦੇ ਨੇ, ਬਹੁਤ ਹੀ ਡੈਡੀਕੇਸ਼ਨ ਦੇ ਨਾਲ, ਤੇ ਬਹੁਤ ਅੱਛੇ ਸੁਝਾਅ, ਤੇ ਉਸ ਤੋਂ ਬਾਅਦ ਉਹਨੂੰ ਇੰਪਲੀਮੈਂਟ ਕਰਨਾ। ਤੋ ਆਓ ਜੀ ਗੁਰਵੀਰ ਸਿੰਘ ਅੰਕਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਜਿਹੜੀ ਬੁੱਕ ਸ਼ੇਅਰ ਕਰਨ ਜਾ ਰਹੇ ਹਾਂ ਉਹ ਹੈਗੀ ਜੀਵਨ ਬਦਲ ਗਏ। ਸਾਊਂਡ ਠੀਕ ਹੈ ਜੀ? ਵਾਹਿਗੁਰੂ ਜੀ। ਅੰਕਲ ਵਿੱਚੋਂ ਆਵਾਜ਼ ਕੱਟ ਰਹੀ ਹੈ ਸਾਊਂਡ ਜੀ, ਠੀਕ ਹੈ ਵਾਹਿਗੁਰੂ? ਥੋੜੀ ਜਿਹੀ ਕੱਟ ਰਹੀ ਹੈ ਜੀ ਆਵਾਜ਼। ਹਾਂਜੀ ਹੁਣ ਜੀ? ਹਾਂਜੀ ਹੁਣ ਠੀਕ ਹੈ ਜੀ। ਇਹ ਬੁੱਕ ਡਾਕਟਰ ਮਨਮੋਹਨ ਸਿੰਘ ਜੀ ਨੇ ਲਿਖੀ ਹੋਈ ਹੈ ਤੇ ਸਤੰਬਰ 2016 ਦੇ ਵਿੱਚ ਸੁਕ੍ਰਿਤ ਟਰਸਟ ਨੇ ਇਹ ਛਾਪੀ ਸੀ। ਇਹਦੇ ਵਿੱਚ ਸਰਬਜੀਤ ਵੀਰ ਜੀ ਨੇ ਡਾਕਟਰ ਮੋਹਨ ਸਿੰਘ ਜੀ ਬਾਰੇ ਜੋ ਕਿਹਾ, ਇਹ ਮੈਥਮੈਟਿਕਸ ਦੇ ਬੜੇ ਵੱਡੇ ਵਿਦਵਾਨ ਹੋਏ ਹਨ। ਜਿਹੜੇ ਮੈਥਮੈਟਿਕਸ ਪੜ੍ਹਨ ਵਾਲੇ ਸਟੂਡੈਂਟਸ ਨੇ ਉਹ ਲਗਭਗ ਇਹਨਾਂ ਨੂੰ ਜਾਣਦੇ ਨੇ, ਤੇ ਇਹਨਾਂ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਆਪਣੇ ਪ੍ਰੋਫੈਸ਼ਨ ਦੇ ਨਾਲ ਨਾਲ ਅੰਮ੍ਰਿਤਧਾਰੀ ਵੀ ਤੇ ਇਮਾਨਦਾਰੀ ਦੀ ਮਿਸਾਲ ਹਨ। ਲੁਧਿਆਣਾ ਦੇ ਵਿੱਚ ਮੋਹਨ ਇੰਸਟੀਚਿਊਟ ਆਫ ਮੈਥਮੈਟਿਕਸ ਦਾ ਇੱਕ ਵੱਡਾ ਸਥਾਨ ਹੈ। ਇਹਦੇ ਵਿੱਚ ਸਾਡੇ ਕੋਲੋਂ ਵਾਹਿਗੁਰੂ ਜੀ, 14 ਸਲਾਈਡ ਨਹੀਂ ਚੱਲ ਰਹੀ ਹੈ। ਸਲਾਈਡ ਜੀ ਜੋ ਤੁਸੀਂ ਕਰ ਰਹੇ ਹੈਗੇ ਹੋ ਸਲਾਈਡ ਆਪਰੇਟ। ਇਹਦੇ ਵਿੱਚ 24 ਚੈਪਟਰਸ ਹਨ। ਇਹਦੇ ਵਿੱਚੋਂ ਮੈਂ ਕੋਸ਼ਿਸ਼ 6-7 ਚੈਪਟਰ ਤੁਹਾਡੇ ਨਾਲ ਸ਼ੇਅਰ ਕਰਾਂਗਾ ਜਿੰਨਾ ਇੱਕ ਟਾਈਮ ਸਾਡੇ ਕੋਲ ਹੋਇਆ। ਨੈਕਸਟ ਜੀ, ਨੈਕਸਟ। ਪੜ੍ਹਾਈ ਵੀ ਇੱਕ ਚੰਗੇ ਮੈਦਾਨ ਹੈ। ਮੈਂ ਸਰਕਾਰੀ ਕਾਲਜ ਰਾੜਾ ਵਿਖੇ ਕਾਲਜ ਅਧਿਆਪਕ ਵਜੋਂ ਸੇਵਾ ਨਿਭਾ ਰਿਹਾ ਸਾਂ। ਸਤੰਬਰ 1979 ਵਿੱਚ UGC ਦੇ ਫੈਕਲਟੀ ਇੰਪਰੂਵਮੈਂਟ ਪ੍ਰੋਗਰਾਮ ਅਧੀਨ ਜੰਮੂ ਯੂਨੀਵਰਸਿਟੀ ਮੈਥਮੈਟਿਕਸ ਵਿਭਾਗ ਵਿੱਚ ਮੇਰੀ MPhil ਕਰਨ ਲਈ ਟੀਚਰ ਫੈਲੋ ਵਜੋਂ ਹੋ ਯੂਨੀਵਰਸਿਟੀ ਦੇ ਮੈਥਮੈਟਿਕਸ ਵਿਭਾਗ ਵਿੱਚ ਸਬ ਟੀਚਰ ਫੈਲੋ ਸਨ। ਇੱਕ 7 ਫੈਲੋ ਸਨ। ਤੋਂ
2 महाराष्ट्र तो, 3 तमिलनाडु तो, 1 मैं पंजाब तो। आई थिंक अंकल डिस्कनेक्ट हो गए ने। जसजोत हैगे ने अंकल? ਸਮਝਿਆ ਜਾਂਦਾ ਸੀ ਕਿ 1 ਸਾਲ ਬਾਅਦ ਵਿੱਚੋਂ ਕੇਵਲ ਇੱਕ ਨੂੰ PhD ਜਾਏਗਾ, ਬਾਕੀ ਦੇ MPhil ਆਪੋ ਆਪਣੇ ਕਾਲਜ ਵਾਪਸ ਚਲੇ ਜਾਣਗੇ। ਨੈਕਸਟ। ਡਾਇਰੀ ਵਿੱਚ ਗੱਲਾਂ ਹੋਰ। ਅੰਕਲ ਤੁਹਾਡੀ ਕਨੈਕਸ਼ਨ ਪ੍ਰੋਬਲਮ ਆ ਰਹੀ ਹੈ ਜੀ ਗੁਰਵੀਰ ਅੰਕਲ। ਸੋ ਅਸੀਂ ਤਦ ਤੱਕ ਆਈ ਥਿੰਕ ਅੰਕਲ ਕਿਸੇ ਹੋਰ ਸੈੱਲ ਫੋਨ ਨਾਲ ਕਨੈਕਟ ਕਰ ਲੈਣ ਤੇ ਵਧੀਆ ਰਹੇਗਾ। ਤੇ ਤਦ ਤੱਕ ਅਸੀਂ ਮਾਈਕ ਜੀ ਵਾਹਿਗੁਰੂ ਜੀ, ਆਈ ਥਿੰਕ ਤੁਹਾਡੇ ਕਨੈਕਸ਼ਨ ਦੇ ਵਿੱਚ ਪ੍ਰੋਬਲਮ ਆ ਰਹੀ ਹੈਗੀ ਹੈ। ਤੁਸੀਂ ਜਾਂ ਤਾਂ ਕਿਸੇ ਹੋਰ ਫੋਨ ਨਾਲ ਕਨੈਕਟ ਕਰਕੇ ਦੇਖ ਲਓ। ਜਸਜੋਤ ਉਹਨਾਂ ਨੂੰ ਅਨਮਿਊਟ ਕਰ ਦਿਓ। ਹਾਂਜੀ ਹਾਂਜੀ ਮੈਂ ਕਿਹਾ ਕੋਈ ਨਹੀਂ, ਫਿਰ ਕੱਲ ਤੇ ਕਰ ਸਕਦੇ ਆ, ਪ੍ਰੋਬਲਮ ਆ ਰਹੀ ਹੈ ਬਾਰ-ਬਾਰ ਨੈਟ ਦੀ। ਹਾਂਜੀ ਹਾਂਜੀ, ਇੱਥੇ ਵੀ ਆਈ ਥਿੰਕ ਵਾਈਫਾਈ ਦੀ ਅੱਜ ਪ੍ਰੋਬਲਮ ਹੈਗੀ ਹੈ। ਸੌਰੀ। ਨਹੀਂ ਸੌਰੀ ਜੀ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਅੱਜ ਦੇ ਜਿਹੜੇ ਰਿਵਿਊਜ਼ ਸੀਗੇ ਕਿਤਾਬਾਂ ਦੇ ਉਹ ਇੰਨੇ ਹੀ ਸੀਗੇ। ਹੁਣ ਮੈਂ ਰਿਕੁਐਸਟ ਕਰਦੀ ਹਾਂ, ਅਗਰ ਕਿਸੇ ਦੇ ਕੋਈ ਗੱਲ ਸ਼ੇਅਰ ਕਰਨੀ ਹੋਏ ਆਪਣੀ ਤੇ ਆਪਣੇ ਹੈਂਡ ਰੇਜ਼ ਕਰ ਸਕਦੇ ਨੇ। ਤੇ ਜਸਜੋਤ ਪਲੀਜ਼ ਉਹਨਾਂ ਨੂੰ ਸਪੋਟ ਕਰ ਦੇਣਾ ਤੁਸੀਂ। ਹਾਂਜੀ। ਤੇ ਮੈਂ ਇੱਕ ਹੋਰ ਰਿਕੁਐਸਟ ਕਰਾਂਗੀ ਕਿ ਸਰਬਜੀਤ ਅੰਕਲ ਪਲੀਜ਼ ਅੱਗੇ ਕੰਟੀਨਿਊ ਕਰ ਲੈਣ ਤੇ ਕਨਕਲੂਡ ਵੀ ਕਰ ਦੇਣ। ਹੈਲੋ ਹੈਲੋ। ਹਾਂਜੀ ਵੀਰ ਜੀ ਹਾਂਜੀ। ਬੋਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਜਸਪਾਲ ਸਿੰਘ ਬੋਲ ਰਿਹਾ ਜੀ ਪਿੰਕੀ। ਬਹੁਤ ਅੱਛਾ ਮੈਨੂੰ ਲੱਗਾ ਜਸਜੋਤ ਦੀ ਟਾਕ ਸੁਣ ਕੇ। 1 ਮਿੰਟ ਮੈਨੇਜਰ, ਮੈਂ ਇਸ ਗੱਲ ਦੀ ਵਧਾਈ ਦੇਣਾ ਚਾਹੁੰਦਾ ਕਿ ਇਹ ਜਿਹੜੀ ਗੱਲਾਂ ਜਿੰਨਾ ਬੇਟੇ ਨੇ ਕੀਤੀ ਹੈ, ਅਸੀਂ ਜਦੋਂ ਬੈਂਕ ਵਿੱਚ ਸੀ ਤੇ ਬੜੀ ਐਡਵਾਂਸ ਟ੍ਰੇਨਿੰਗ ਦੀ ਗੱਲਾਂ ਸਿੱਖਦੇ ਸੀ, ਜਿਹੜੀ ਇਹਨਾਂ ਨੇ ਇੱਕ ਮੈਨੇਜਮੈਂਟ ਦੇ, ਇੱਕ ਲੀਡਰ ਦੇ ਜਿਹੜੇ ਕਰੈਕਟਰਿਸਟਿਕ ਦੱਸੇ ਹਨ। ਤੇ ਅੱਛੀ ਗੱਲ ਮੈਨੂੰ ਇਹ ਲੱਗੀ ਕਿ ਜਿਹੜੀਆਂ ਹਿਊਮਨ ਰਿਲੇਸ਼ਨ ਜਾਂ HRD ਦੀ ਜਿਹੜੇ ਬੇਸਿਕ ਕਨਸੈਪਟ ਹੈਗੇ ਨੇ, ਤੁਸੀਂ ਬੇਟਾ ਤੁਸੀਂ ਵੀ ਇੱਕ ਬੜਾ ਵਧੀਆ ਟੱਚ ਕੀਤਾ ਅਖੀਰ ਤੇ ਰੈਪਰੀਮੈਂਟ ਤੇ, ਕਿ ਜਿਹੜੀ ਮੋਟੀਵੇਸ਼ਨਲ ਥਿਊਰੀ ਹੈ ਕਿ ਅਸੀਂ ਐਮਪਲਾਈਜ਼ ਦੀ ਹਰ ਗੱਲ ਨੂੰ ਪ੍ਰੇਜ਼ ਕਰਨਾ, ਉਹਨੂੰ ਰਿਕੋਗਨਾਈਜ਼ ਕਰਨਾ। ਪਰ ਤੁਸੀਂ ਇੱਕ ਬੜੀ ਵਧੀਆ ਗੱਲ ਐਡ ਕੀਤੀ ਹੈ ਕਿ ਰੈਪਰੀਮੈਂਟ ਚਾਹੀਦਾ ਹੈ ਕਿ ਨਹੀਂ, ਇਹ ਦੁਬਾਰਾ ਰਿਵਿਊ ਹੋ ਰਿਹਾ ਹੈ। ਜਿਵੇਂ ਸਕੂਲਾਂ 'ਚ ਵੀ ਕਹਿ ਰਹੇ ਹਨ ਕਿ ਜਿਹੜਾ ਕੋਈ ਬੱਚਾ ਨਹੀਂ ਪਰਫਾਰਮ ਕਰਦਾ ਉਹਨੂੰ ਥੋੜਾ ਰੈਪਰੀਮੈਂਟ ਕਰਨਾ ਚਾਹੀਦਾ ਹੈ। ਤੇ ਇਸ ਇੱਕ ਥਿਊਰੀ ਦਾ ਨਾਂ ਇਹ ਵੀ ਹੈਗਾ ਕੈਰਟ ਐਂਡ ਸਟਿਕ ਪਾਲਿਸੀ। ਵੀ ਉਹਦੇ 'ਚ ਜਿਵੇਂ ਤੁਸੀਂ ਦੱਸਿਆ ਨਾ ਵੀ ਜਿਹੜਾ ਕੋਈ ਅੱਛਾ ਪਰਫਾਰਮ ਕਰਦਾ ਹੈ ਉਹਨੂੰ ਬਿਲਕੁਲ ਰਿਕੋਗਨਾਈਜ਼ ਕਰੋ, ਉਹਨੂੰ ਪ੍ਰੇਜ਼ ਕਰੋ। ਤੇ ਬੇਟਾ ਜੀ ਅੱਜ ਕੱਲ੍ਹ ਬੜੇ
ਬੈਂਕ ਤੋਂ ਇਲਾਵਾ ਬੜੇ ਇੰਸਟੀਟਿਊਸ਼ਨ ਦੇ ਵਿੱਚ ਜਿਵੇਂ ਇਹਨੂੰ ਇੱਕ ਵਰਡ ਕਿਹਾ ਜਾ ਰਿਹਾ ਹੈ ਕਿ ਪਰ ਡੇ ਹਰ ਇੱਕ ਦਾ ਪਰਫਾਰਮੈਂਸ ਮੇਜਰ ਕੀਤਾ ਜਾਵੇ। ਜਿਹੜਾ EMPLOYE ਕਿਸੇ ਦਿਨ ਬੈਸਟ ਪਰਫਾਰਮ ਕਰਦਾ ਹੈ, ਨੈਕਸਟ ਡੇ ਉਸ ਦੇ ਬੋਰਡ ਦੇ ਉੱਪਰ ਉਹਦਾ ਨਾਂ ਲਿਖਿਆ ਜਾਏਗਾ, ਤਾਂ ਕਿ ਉਹਦੇ ਵਿੱਚ ਇੱਕ ਮੋਟੀਵੇਸ਼ਨ ਆਵੇ, ਕਿ ਇੰਸਪੀਰੇਸ਼ਨ ਮਿਲੇ ਕਿ ਆਈ ਹੈਵ ਟੂ ਪਰਫਾਰਮ ਸਟਿਲ ਮੋਰ ਬੈਟਰ। ਤੇ ਜਿਹੜਾ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਤੁਸੀਂ ਕੀਤੀ ਹੈ 1 ਮਿੰਟ ਦੀ, ਉਹ ਹੈ ਅੱਜ ਕੱਲ੍ਹ ਇੱਕ ਕਨਸੈਪਟ ਹੈ ਗੋਲ ਸੈਂਟਰਿਕ। ਜਿਵੇਂ ਇੱਕ ਕਨਸੈਪਟ ਹੈ ਕਸਟਮਰ ਸੈਂਟਰਿਕ, ਇਸ ਹੈ ਗੋਲ ਸੈਂਟਰਿਕ, ਕਿ ਉਹੀ ਮੈਨੇਜਰ ਕਾਮਯਾਬ ਹੈ ਜਿਹੜੇ ਕਿ ਆਪਣੇ EMPLOYE ਨੂੰ ਕਲੀਅਰ ਕੱਟ ਗੋਲ ਦੇਵੇ, ਮੋਟੀਵੇਟ ਕਰੇ। ਤੇ ਜਿਵੇਂ ਤੁਹਾਨੂੰ ਮੈਂ ਪ੍ਰੈਕਟੀਕਲ ਦੱਸਿਆ ਹੈ ਕਿ ਅੱਜ ਕੱਲ੍ਹ ਸਾਰੇ ਇੰਸਟੀਟਿਊਸ਼ਨ, ਬੈਂਕ ਲੈ ਲਓ, ਇੰਸ਼ੋਰੈਂਸ ਕੰਪਨੀ, ਮੈਂ ਜਦੋਂ ਵਿਜ਼ਿਟ ਕਰਦਾ, ਈਵਨ ਹਸਪੀਟਲ ਦੇ ਵਿੱਚ, ਮੈਂ PGI ਬੜੀ ਦੇਰ ਪਹਿਲਾਂ ਗਿਆ, ਮੈਨੂੰ ਬੜਾ ਅੱਛਾ ਲੱਗਾ ਕਿ ਉਹਨਾਂ ਨੇ ਲਿਖਿਆ ਸੀ ਦਾ ਬੈਸਟ ਸੈਨੀਟੇਸ਼ਨ EMPLOYE ਆਫ ਦਾ ਡੇ, ਵੀ ਜਿਹਨੇ ਵਧੀਆ ਸਫਾਈ ਕੀਤੀ। ਤਾਂ ਮੈਂ ਇੰਨਾ ਖੁਸ਼ ਹੋਇਆ ਕਿ ਇੰਨਾ ਵੱਡਾ ਇੱਕ ਪਬਲਿਕ ਇੰਸਟੀਟਿਊਸ਼ਨ, ਲੱਖਾਂ ਲੋਕੀ ਵਿਜ਼ਿਟ ਕਰਦੇ ਨੇ, ਇੰਨੀ ਸਫਾਈ ਹੈ। ਫਿਰ ਮੈਂ ਮੈਨੇਜਰ ਨੂੰ ਜਾ ਕੇ ਮਿਲਿਆ, ਕਹਿੰਦੇ ਸਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਜਿਹੜਾ ਬੰਦਾ ਡੇਲੀ ਅੱਛਾ ਪਰਫਾਰਮ ਕਰੇਗਾ, ਅਸੀਂ ਉਸ ਨੂੰ ਰਿਕੋਗਨਾਈਜ਼ ਕਰਕੇ ਉਹਦਾ ਨਾਮ ਬੋਰਡ ਤੇ ਨਾ ਲਿਖਿਆ ਜਾਏਗਾ। ਸੋ ਜਿਵੇਂ ਤੁਸੀਂ ਬੇਟਾ ਜੀ ਤੁਸੀਂ ਵੀ ਕਿਹਾ ਨਾ ਜਸਲੀਨ, ਕਿ ਇਹ ਜ਼ਰੂਰੀ ਨਹੀਂ ਕਿ ਵੱਡੇ ਵੱਡੇ ਇੰਸਟੀਟਿਊਸ਼ਨਸ ਵਿੱਚ, ਇਹ ਅਸੀਂ ਆਪਣੇ ਡੇਲੀ ਲਾਈਫ ਦੇ ਵਿੱਚ, ਘਰ ਵਿੱਚ ਵੀ ਆਪਣੇ ਬੱਚਿਆਂ ਤੇ, ਆਪਣੇ ਬੈਟਰ ਲਾਈਫ ਪਾਰਟਨਰ ਦੇ ਉੱਪਰ ਵੀ ਇਹ ਗੱਲਾਂ ਅਸੀਂ ਅਡਾਪਟ ਕਰਦੇ। ਮੈਨੂੰ ਇਹ ਤੁਹਾਡੇ ਵਿਚਾਰ ਜਿਹੜੇ ਹੈਗੇ ਬੇਸਿਕ ਥਿਊਰੀ ਆਫ ਮੋਟੀਵੇਸ਼ਨ, ਰਿਕੋਗਨੀਸ਼ਨ, ਗੋਲ ਸੈਂਟਰਿਕ ਐਂਡ ਰਿਪਰੀਮੈਂਟ, ਬਹੁਤ ਅੱਛਾ ਲੱਗਾ ਹੈ। ਕੀਪ ਇਟ ਅਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਜਸਪਾਲ ਸਿੰਘ ਜੀ। ਅੱਜ ਪਛਾਣੇ ਨਹੀਂ ਜਾ ਰਹੇ ਜੀ, ਮੌਸਮ ਅੱਜ ਖਰਾਬ ਹੈ, ਅੱਜ ਵੀਰ ਜੀ ਦੀ ਵੀਡੀਓ ਠੀਕ ਨਹੀਂ ਹੈ, ਔਰ ਪਹਿਲੀ ਅਸੀਂ ਉਹ ਵੀ ਮਿਸ ਕਰ ਗਏ ਡਾਕਟਰ ਮੋਹਨ ਸਿੰਘ ਜੀ ਦੀ ਕਿਤਾਬ। ਪਰ ਮੈਂ ਬੇਨਤੀ ਕਰਾਂਗਾ ਕੱਲ ਪਹਿਲੇ ਨੰਬਰ ਤੇ ਅਸੀਂ ਉਸ ਕਿਤਾਬ ਨੂੰ ਰੱਖੀਏ, ਜੀਵਨ ਬਦਲ ਗਏ। ਸੱਚਮੁੱਚ ਜਿਹੜਾ ਉਹ ਕਿਤਾਬ ਨੂੰ ਪੜ੍ਹ ਲਏਗਾ ਉਹਦਾ ਜੀਵਨ ਬਦਲ ਜਾਏਗਾ। ਇਹ ਮੇਰੇ ਖਿਆਲ ਪਾਤਸ਼ਾਹ ਨੇ ਥੋੜੀ ਦੇਰ ਇਹ ਮੌਸਮ ਕਰਕੇ ਇਸ ਤਰ੍ਹਾਂ ਰੱਖਿਆ ਹੈ ਕਿ ਦੇਖਦੇ ਹਾਂ ਕੱਲ ਕੌਣ ਟਾਈਮ ਨਾਲ ਜੁੜਦੇ ਨੇ। ਤੇ ਸਭ ਤੋਂ ਪਹਿਲਾਂ ਅਸੀਂ ਬੇਨਤੀ ਕਰਾਂਗੇ ਵੀਰ ਗੁਰਵੀਰ ਸਿੰਘ ਜੀ ਨੂੰ ਕਿ ਇਸ ਕਿਤਾਬ ਦੇ ਉੱਤੇ, ਬਹੁਤ ਹੀ ਕਮਾਲ ਦੀ ਕਿਤਾਬ ਇਹ ਹੈ, ਜੀਵਨ ਬਦਲ ਗਏ। ਹਾਂਜੀ, ਇੱਕ ਦੋ ਹੈਂਡ ਰੇਜ਼ ਨੇ, ਪਰ ਮੈਂ ਤਦ ਤੱਕ ਇੱਕ ਤੋਂ ਗੱਲਾਂ ਕਰਦਾ। ਬੇਟੀ ਜਸਲੀਨ ਦਾ ਧੰਨਵਾਦ, ਬਹੁਤ ਪਿਆਰਾ ਇਹਨਾਂ ਨੇ ਸੈਸ਼ਨ ਕੰਡਕਟ ਕੀਤਾ। ਇਹਨਾਂ ਨੇ ਗੱਲ ਸ਼ੁਰੂਆਤ ਕੀਤੀ, ਯੂ ਵਿਲ ਬੀ ਟਰਾਂਸਫਾਰਮਡ ਬਾਈ ਵਟ ਯੂ ਰੀਡ। ਆਹਾ, ਬੜੀ ਕਮਾਲ ਦੀ ਗੱਲ ਹੈ। ਇਸ ਕਰਕੇ ਸਾਨੂੰ ਬਹੁਤ ਸਿਲੈਕਟਿਵ ਹੋਣਾ ਪਏਗਾ ਕਿ ਅਸੀਂ ਪੜ੍ਹਨਾ ਕੀ ਹੈ। ਇਹਦੇ ਵਿੱਚ ਇਹ ਵੀ ਹੈ, ਜੇ ਮਾੜਾ ਪੜੋਗੇ ਤਾਂ ਮਾੜਾ ਟਰਾਂਸਫਾਰਮੇਸ਼ਨ ਹੋ ਜਾਏਗੀ, ਜੇ ਚੰਗਾ ਪੜੋਗੇ ਤੇ ਚੰਗੀ ਹੋ ਜਾਏਗੀ। ਕਿਹੜੀ ਚੀਜ਼ ਪੜ੍ਹਨੀ ਹੈ, ਦਿਸ ਇਜ਼ ਵੈਰੀ ਵੈਰੀ ਇੰਪੋਰਟੈਂਟ। ਔਰ ਇਹਦੇ ਬਾਰੇ ਇੱਕ ਮੈਨੂੰ ਲੱਗਦਾ ਹੈ, ਮੈਨੂੰ ਸ਼ਾਇਦ ਬੇਟਾ ਤਰਨਜੋਤ ਜੀ ਨੇ ਭੇਜਿਆ, ਕਿਸੇ ਬੱਚੇ ਨੇ ਬਹੁਤ ਪਿਆਰੀ ਇਹਦੇ ਬਾਰੇ ਕਿਹਾ ਵੀ ਵਟ ਸ਼ੁਡ ਯੂ ਰੀਡ। ਉਹ ਸ਼ਾਇਦ ਕੱਲ ਜਾਂ ਪਰਸੋਂ ਦੇ ਸੈਸ਼ਨ ਦੇ ਵਿੱਚ ਉਹ ਪ੍ਰੈਜੈਂਟੇਸ਼ਨ ਵੀ ਆਏਗੀ। ਦੂਸਰੀ ਗੱਲ, ਹਾਲੀ ਤੱਕ ਜਿੰਨੀਆਂ ਬੁੱਕਸ ਪ੍ਰੈਜ਼ੈਂਟ ਹੋਈਆਂ ਨੇ, ਮੈਨੂੰ ਕਹਿਣ ਦੇਣਾ ਵੀ ਸਭ ਤੋਂ ਵਧੀਆ PPT ਜਿਹੜੀ ਬਣਾਈ ਹੈ ਉਹ ਮਨਮੀਨ ਬੱਚੀ ਨੇ ਬਣਾਈ ਹੈ। ਔਰ ਐਡੀ ਵੱਡੀ ਤੇ ਵਧੀਆ ਕਿਤਾਬ ਨੂੰ ਇਹਨੇ ਥੋੜੇ ਸ਼ਬਦਾਂ ਦੇ ਵਿੱਚ ਸਮ ਅਪ ਕੀਤਾ ਹੈ। ਨਹੀਂ ਤੇ ਆਪਾਂ ਗਵਾਚ ਜਾਂਦੇ ਆ, ਅਸੀਂ ਕਹਿੰਦੇ ਆ ਵੀ 2 ਚੈਪਟਰ ਕੀਤੇ ਜਾਂ ਮੈਂ ਪੂਰੇ ਨਹੀਂ ਕੀਤੇ। ਬੇਟੀ ਨੇ ਇੰਨੀ ਵੱਡੇ ਨਾਵਲ ਨੂੰ ਇੰਨੇ ਥੋੜੇ ਸ਼ਬਦਾਂ 'ਚ, ਜਦੋਂ ਕੱਲ ਮੇਰੇ ਕੋਲ ਇਹ PPT ਆਈ ਤੇ ਮੈਂ ਉਸੇ ਵੇਲੇ ਕਹਿਤਾ ਵੀ ਹਾਲੀ ਤੱਕ ਦੀ ਬੈਸਟ ਜਿਹੜੀ ਇਹ ਬੱਚੀ ਨੇ ਤਿਆਰ ਕੀਤੀ ਹੈ। ਔਰ ਸੰਗਤ ਜੀ ਗੱਲ ਨੋਟ ਕਰਨਾ, ਇਸ ਕਿਤਾਬ ਦੀਆਂ 50 ਤੋਂ ਵੱਧ ਐਡੀਸ਼ਨਸ ਛਪ ਚੁੱਕੀਆਂ ਨੇ। ਇੱਕ ਐਡੀਸ਼ਨ ਨਾਰਮਲੀ 1000, 2000, 5000 ਵੀ ਹੁੰਦੀ ਹੈ, ਤੇ ਜੇ 50 ਆਈਆਂ ਨੇ ਤੇ ਤੁਸੀਂ ਹਿਸਾਬ ਲਾ ਲਓ ਵੀ ਕਿੰਨੀ ਲੱਖਾਂ ਦੇ ਵਿੱਚ ਇਹ ਕਿਤਾਬ ਛਪ ਚੁੱਕੀ ਹੈ। ਇਹ ਹੁਣ ਹਿੰਦੀ ਵਿੱਚ ਵੀ ਮਿਲਦੀ ਹੈ, ਇੰਗਲਿਸ਼ ਵਿੱਚ ਵੀ, ਤੇ ਮੈਨੂੰ ਲੱਗਦਾ ਹੋਰ ਵੀ ਕਈ ਭਾਸ਼ਾਵਾਂ। ਤੁਹਾਨੂੰ ਜਾਣ ਕੇ ਇੱਕ ਹੋਰ ਹੈਰਾਨੀ ਹੋਏਗੀ ਕਿ ਇਹ ਕਿਤਾਬ, ਇਹ ਨਾਵਲ, ਇੱਕ ਨਾਵਲ ਹੈ, ਇੱਕ ਸੱਚੀ ਘਟਨਾ ਨਹੀਂ ਹੈ। ਮੈਂ ਪਹਿਲਾਂ ਨੂੰ ਸੱਚਾ ਸਮਝਦਾ ਸੀ, ਕਹਿੰਦੇ ਵੀ ਇੰਨਾ ਨਾਵਲ ਪ੍ਰਚਲਿਤ ਹੋਇਆ ਕਿ ਸਭ ਨੂੰ ਸੱਚਾ ਹੀ ਲੱਗਣਾ ਸ਼ੁਰੂ ਹੋ ਗਿਆ। ਔਰ ਇਸ ਕਿਤਾਬ ਨੂੰ ਭਾਈ ਵੀਰ ਸਿੰਘ ਨੇ ਉਦੋਂ ਲਿਖਿਆ ਸੀ ਜਦੋਂ ਉਹ 10ਵੀਂ ਕਲਾਸ ਵਿੱਚ ਪੜ੍ਹਦੇ ਸੀ, ਯਾਨੀ ਉਹਨਾਂ ਦੀ ਉਮਰ 15, 16, 17 ਸਾਲ ਸੀ। ਸਾਡੇ ਚ ਬਹੁਤ ਸਾਰੇ ਬੱਚੇ ਜੁੜੇ ਹੋਏ ਨੇ। ਆਪਣੇ ਆਪ ਤੇ ਭਰੋਸਾ ਰੱਖੋ, ਬਾਣੀ ਨਾਲ ਜੁੜੋ ਤੇ ਤੁਸੀਂ ਵੀ ਲਿਖੋ। ਅਸੀਂ ਵੀ ਲਿਖ ਸਕਦੇ ਹਾਂ।
एक गल अपनी ज्ञान गोलक विच लिख लो कि कलम ते कागज भी साडे विरसे दा अंग हन। जिवें शस्त्र साडे सानू विरसे च मिले ने, उवें कलम ते कागज भी सानू विरसे च मिले ने। असी सारियां ने ये लिखना है और मैं खास करके बेनती करांगा हर बच्ची जरूर पढ़े। ਉਹਦੇ ਅੰਦਰ ਉਹ ਸੁੰਦਰੀ ਵਾਲੀ ਬਹਾਦਰੀ ਤੇ ਉਹ ਵੀਰਤਾ ਆਣੀ ਚਾਹੀਦੀ ਹੈ। ਦੇਖੋ ਉਸ ਸੁਰਸਤੀ ਨਾਂ ਦੀ ਬੱਚੀ ਨੂੰ ਉਹਦੇ ਮਾਪਿਓ ਨੇ ਘਰੋਂ ਕੱਢ ਦਿੱਤਾ ਕਿ ਜੇ ਤੂੰ ਸਾਡੇ ਘਰ ਰਹੇਂਗੀ ਉਹ ਮੁਗਲ ਸਾਡੇ ਤੇ ਫਿਰ ਹਮਲਾ ਕਰੇਗਾ। ਔਰ ਕਿਸ ਤਰ੍ਹਾਂ ਉਹ ਭਰਾ ਉਹਦਾ ਸਿੰਘ ਸਜਿਆ ਤੇ ਉਹਨੇ ਫਿਰ ਉਹ ਭੈਣ ਨੂੰ ਵੀ ਉਹਦੇ ਆਪਣੇ ਸਿੰਘਾਂ ਦੇ ਜੱਥੇ ਵਿੱਚ ਲੈ ਗਿਆ। ਔਰ ਇਹ ਕਮਾਲ ਦਾ ਨਾਵਲ ਹੈ। ਪੜ੍ਹਦੇ ਪੜ੍ਹਦੇ ਇੰਨਾ ਜੋਸ਼ ਆਉਂਦਾ ਹੈ, ਇੰਨਾ ਉਤਸ਼ਾਹ ਆਉਂਦਾ ਹੈ ਕਿ ਸਾਡਾ ਆਪਣਾ ਮਨ ਵੀ ਜਿਹੜਾ ਹੈ बदल जाता। दूसरी जड़ी प्रेजेंटेशन 1 मिनट मैनेजर दी बहुत कमाल दी। जसजोत जी पहली बारी साडे सामने आए, नहीं तो पिछे रह के सेवा करता रहा बेटा। और मैनू याद है सिख मिशनरी कॉलेज के प्रिंसीपल हरभजन सिंह जी ने कई साल पहला मेरे नाल जिक्र किया कि मैं एक यह किताब पढ़ी है कि किस तरीके नाल असी ऑफिस की मैनेजमेंट करिए। अज इन्ने सालों बाद मैं उस किताब का रिव्यू सुन रहा, बहुत वधिया। ਤੁਹਾਡੇ ਵੱਲੋਂ ਜਿਹੜੀ ਇਹ ਚੈਟ ਚੱਲਦੀ ਹੈ ਇਹਦੇ ਵਿੱਚ ਕਿਸੇ ਨੇ ਡਿਮਾਂਡ ਕੀਤੀ ਹੈ ਭੈਣ ਜੀ ਕੁਲਵੰਤ ਕੌਰ ਵਾਲੀ ਪੀਪੀਟੀ ਭੇਜੋ। ਮੈਂ ਬੇਨਤੀ ਕਰਾਂਗਾ वाहिगुरू जी। हाँ जी देखो जी मौसम की तब्दीली कही है तो मेरा भी कनैक्शन थोड़ी देर लिए चला गया। कोई नहीं, ये गेम का पार्ट है। अज यूट्यूब नहीं आ सकी कोई गल नहीं। अच्छा यूट्यूब ते जसजोत जी बड़ी मेहनत करते ने पर कई बारी कई दिनों के विच ये लेट शुरू होती है। शुरू का जाप शुरू का कीर्तन नहीं रिकॉर्ड होता। ये पहला भी कई बारी होया है पर जसजोत जी की किसी नाल कोई ऐ नहीं है भी किसी का नाम कट देना है या अज नहीं पाना। हुण अज वाले कहेंगे साडी आई ही नहीं जी रिकॉर्डिंग, पता नहीं ये हो भी पाएगी कि नहीं। पर मैं फिर बार बार बेनती कर रहा कि ये जिहड़ी टीम जिहड़ी ये सारी सेवा कर रही है ये टीम बिल्कुल नौजवान बच्चों की टीम है। जसजोत जी कॉलेज पढ़ रहे हैं सैकेंड ईयर के विच, कोई एक्सपर्ट हैंड नहीं है। सतगुरु आप बख्शिश करके ये सारियां तो सेवा लै रहे ने। तो यूट्यूब की भी तुहाडी बहुत सारी चैट सी, मैं उहदे लई क्षमा मंगदा हां। एक गल मेरा मन होर कर रहा सी आने वाले स्पीकर्स वास्ते भी, रेप्रीमांड तो नहीं है लेकिन सजैशन जरूर है। मैं बेनती करांगा जिथे इंग्लिश दियां स्लाइड्स होण उहदे नाल नाल पंजाबी लिख दी ते जिथे पंजाबी दी स्लाइड्स होण जिथे लोड़ पवे थोड़ी थोड़ी इंग्लिश ऐड कर दी। पंजाबी वालियां नूं असीं इंग्लिश सिखाणी है ते इंग्लिश वाल जिहड़ी गल है वो असीं पंजाबी दे विच पाणी है। ई कैंप विच किसी बच्चे ने बहुत प्यारा नारा दिता सी, लर्न इंग्लिश प्रमोट पंजाबी। और एक भी ध्यान रखो जो पंजाबी लिखना ना सब तो उपर लिखनी है, साडी भावना पता लगती। संगत जी मैं जो जर्नलिज्म दे विच पढ़ाई कर रहा सी ते दिल्ली मैं गया, 86 की गल है 87 की गल, उत्थे एक अखबार छपदी सी गुरसिख संजोग, शायद दिल्ली वाले वीर जानते होणगे, भुपिंदर सिंह जी भी ते होर वीर बड़े प्यारे वो वीर, दो ब्रदर हरजिंदर सिंह जी ते उन्हां दे वड्डे वीर जी बड़ी मेहनत करते सी। उत्थे एक अकाली फूला सिंह लाइब्रेरी सी ते ओहदे विच उत्थों ये छपदा सी ते किते कोई न्यूज़ ओ प्रूफ रीडिंग कर रहे सी ते किसी दे नाम अगे लिखिया सी मिस्टर गुरदयाल सिंह। मैनू हाली भी याद है उन्होंने पेन कढ़िया क्योंकि प्रूफ रीडिंग कर रहे सी, मिस्टर कढ़ के ना सरदार करता भी साडा टाइटल
ਟਾਈਟਲ ਮਿਸਟਰ ਨਹੀਂ ਹੈ, ਸਾਡਾ ਟਾਈਟਲ ਸਰਦਾਰ ਹੈ। ਮੈਨੂੰ ਉਦੋਂ ਮਹਿਸੂਸ ਹੋਇਆ ਵੀ ਇਹ ਛੋਟੀ ਛੋਟੀ ਗੱਲਾਂ ਦੇ ਵਿੱਚ ਕਿੰਨਾ ਕੁਝ ਹੈ। ਸਾਨੂੰ ਆਪਣੀ ਭਾਵਨਾ ਇਹ ਰੱਖਣੀ ਚਾਹੀਦੀ ਹੈ ਕਿ ਸਾਡੀ ਮਾਂ ਬੋਲੀ, ਔਰ ਸਾਰਿਆਂ ਨੂੰ ਅਧਿਕਾਰ ਹੈ, ਸਾਰੀਆਂ ਦੇਸ਼ ਦੀਆਂ ਕਿੰਨੀਆਂ ਹੀ ਭਾਸ਼ਾਵਾਂ ਨੇ, ਆਪੋ ਆਪਣੀ ਮਾਂ ਬੋਲੀ ਨੂੰ ਜ਼ਰੂਰ ਸਤਿਕਾਰ ਦੇਣਾ ਹੈ। ਜਿਹੜੇ ਲੋਕ ਮਾਂ ਬੋਲੀ ਦਾ ਸਤਿਕਾਰ ਨਹੀਂ ਕਰਦੇ ਉਹ ਕੱਖਾਂ ਵਿੱਚ ਰੁੱਲ ਜਾਂਦੇ। ਲਰਨ ਇੰਗਲਿਸ਼, ਪ੍ਰਮੋਟ ਪੰਜਾਬੀ। ਔਰ ਬਹੁਤ ਪਿਆਰੀ ਜਿਹੜੀ ਇਹ ਕਿਤਾਬ ਰਹਿ ਗਈ ਹੈ ਮੋਹਨ ਸਿੰਘ ਜੀ ਦੀ, ਇਹ ਦੁਬਾਰਾ ਚੱਲੇਗੀ ਜੀ। ਅੱਜ ਸਤਿਗੁਰੂ ਜੀ ਨੂੰ ਇਹੀ ਮਨਜ਼ੂਰ ਸੀਗਾ, ਔਰ ਇਹਦੇ ਵਿੱਚ ਬਹੁਤ ਹੀ ਕਮਾਲ ਦੀਆਂ ਗੱਲਾਂ ਨੇ। ਪਹਿਲੀ ਜਿਹੜੀ ਚੀਜ਼ ਵੀਰ ਜੀ ਨੇ ਸ਼ੁਰੂ ਕੀਤੀ ਸੀ, ਅੱਧੀ ਰਹਿ ਗਈ, ਤੁਹਾਡਾ ਦਿਲ ਕਰਦਾ ਹੋਏਗਾ ਕੀ ਹੈ, ਕਿ ਡਾਕਟਰ ਮੋਹਨ ਸਿੰਘ ਜੀ ਜੰਮੂ ਯੂਨੀਵਰਸਿਟੀ 'ਚ ਪੜ੍ਹ ਰਹੇ ਨੇ, ਲਾਇਬ੍ਰੇਰੀ ਗਏ ਹੋਏ ਨੇ, ਇੱਕ PhD ਦਾ ਐਗਜ਼ਾਮ ਹੋਣਾ ਹੈ, ਉਹਦੀ ਇੱਕੋ ਹੀ ਸੀਟ ਹੈ, ਤੇ ਕਲਾਸ ਦੇ ਬਾਕੀ ਬੱਚੇ ਆਪਸ ਵਿੱਚ ਗੱਲਾਂ ਕਰ ਰਹੇ ਨੇ ਵੀ ਮੁਕਾਬਲਾ ਤੇ ਸਾਡੇ ਵਿੱਚ ਹੈ। ਉਹ ਜਿਹੜਾ ਸਰਦਾਰ ਮੁੰਡਾ ਮੋਹਨ ਸਿੰਘ ਹੈ ਉਹ ਤੇ ਪੜ੍ਹਾਈ ਪੜੂਈ ਨਹੀਂ ਕਰਦੇ, ਸਰਦਾਰ ਤੇ ਜੰਗੇ ਮੈਦਾਨ ਵਿੱਚ ਹੀ ਹੁੰਦੇ ਨੇ, ਇਹ ਪੜ੍ਹਾਈ ਦੇ ਮਾਮਲੇ 'ਚ ਅੱਗੇ ਨਹੀਂ ਹੁੰਦੇ। ਤੇ ਮੋਹਨ ਸਿੰਘ ਜੀ ਕੁਦਰਤੀ ਲਾਇਬ੍ਰੇਰੀ ਦੇ ਦੂਸਰੇ ਪਾਸੇ ਸੀ ਤੇ ਉਹਨਾਂ ਦੇ ਕੰਨਾਂ 'ਚ ਗੱਲ ਪੈ ਗਈ ਤੇ ਉਹ ਕਹਿੰਦੇ ਨਹੀਂ, ਮੈਂ ਜ਼ਰੂਰ ਮਿਹਨਤ ਕਰਨੀ ਹੈ। ਔਰ ਸੱਚੀ ਮੁੱਚੀ ਉਹਨਾਂ ਨੇ ਇੰਨਾ ਮਿਹਨਤ ਕੀਤੀ ਕਿ ਉਸ PhD ਦੀ ਐਂਟਰੈਂਸ ਐਗਜ਼ਾਮ ਦੀ ਇੱਕੋ ਸੀਟ ਸੀ, ਉਹ ਉਹਨਾਂ ਨੂੰ ਮਿਲ ਗਈ। ਤੋ ਉਹਦਾ ਜਿਹੜਾ ਟਾਈਟਲ ਸੀ ਕਿ ਪੜ੍ਹਾਈ ਵੀ ਜੰਗੇ ਮੈਦਾਨ ਹੈ। ਮੈਂ ਬੇਨਤੀ ਕਰਾਂਗਾ ਸਾਰੇ ਲਿਖ ਲਓ, ਬੱਚੇ ਖਾਸ ਕਰਕੇ। ਅੱਜ ਦੀ ਰਣ ਭੂਮੀ, ਅੱਜ ਦਾ ਜੰਗੇ ਮੈਦਾਨ ਕਿਰਪਾਨਾਂ ਦਾ, ਭਾਲਿਆਂ ਦਾ, ਗੋਲੀਆਂ ਬੰਦੂਕਾਂ ਦਾ ਨਹੀਂ ਹੈ। ਅੱਜ ਦਾ ਜੰਗੇ ਮੈਦਾਨ ਹੈ ਐਜੂਕੇਸ਼ਨ ਦਾ, ਤੁਹਾਡੀ ਕਲਾਸਰੂਮ। ਤੁਸੀਂ ਕਿਹੜਾ ਐਗਜ਼ਾਮ, ਕੰਪੀਟੀਟਿਵ ਐਗਜ਼ਾਮ ਦੇ ਰਹੇ ਹੋ, ਇਹ ਜੰਗੇ ਮੈਦਾਨ ਹੈ। ਪਰ ਮੈਂ ਬੇਨਤੀ ਕਰਾਂਗਾ ਸਾਰੇ ਕਿਰਪਾ ਕਰਕੇ ਜ਼ਰੂਰ ਜ਼ਰੂਰ ਇੰਨੀ ਮਿਹਨਤ ਕਰੀਏ, ਇੰਨੀ ਮਿਹਨਤ ਕਰੀਏ ਕਿ ਅਸੀਂ ਬਹੁਤ ਇੰਟੈਲੀਜੈਂਟ ਬਣਨਾ ਹੈ। ਔਰ ਵੈਸੇ ਵੀ ਪਾਤਸ਼ਾਹ ਦੀ ਬਖਸ਼ਿਸ਼ ਅਸੀਂ ਆਲਰੇਡੀ ਹਾਂ, ਅਸੀਂ ਤੁਰੇ ਨਹੀਂ ਸੀ ਇਸ ਪਾਸੇ ਵੱਲ, ਪਰ ਅੱਜ ਸਾਡੀ ਕੌਮ ਇੱਧਰ ਤੁਰਨਾ ਸ਼ੁਰੂ ਹੋ ਗਈ ਹੈ। ਸਤਿਗੁਰੂ ਜੀ ਮਿਹਰ ਕਰਨ। ਤੁਹਾਡੇ ਕਿਸੇ ਦੇ ਅੱਜ ਹੈਂਡ ਰੇਜ਼ ਨਹੀਂ ਹੈਗੇ, ਪਰ ਮੈਂ ਬੇਨਤੀ ਕਰਾਂਗਾ ਜਿਹੜੇ ਜਿਹੜੇ ਵੀ ਤੁਹਾਡਾ ਤੁਸੀਂ ਕੁਝ ਕਹਿਣਾ ਚਾਹੋ, ਕੱਲ ਅਸੀਂ ਹੋਰ ਇੱਥੇ ਵਿਚਾਰ ਕਰਾਂਗੇ। ਅੱਜ ਮੌਸਮ ਕਰਕੇ ਸ਼ਾਇਦ ਅਸੀਂ ਨਹੀਂ ਕਰ ਪਾਏ। ਹਾਂ ਜੀ, ਜੁੜ ਗਏ ਜੀ, ਜੈਪੁਰ ਤੋਂ ਹੈਗੇ ਨੇ ਜੀ ਰੁਪਿੰਦਰ ਜੀ ਵੀ, ਦਿੱਲੀ ਵਾਲੇ ਸ਼ਾਨ ਸਾਹਿਬ ਦੇ ਵੀ ਕਈ ਦਿਨ ਹੋ ਗਏ ਦਰਸ਼ਨ ਨਹੀਂ ਹੋਏ, ਪਰ ਆਓ ਪਹਿਲਾਂ ਰੁਪਿੰਦਰ ਸਿੰਘ ਜੀ ਦੀ ਗੱਲ ਸੁਣਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਮੋਹਨ ਸਿੰਘ ਜੀ ਮੇਰੇ ਟੀਚਰ ਨੇ ਜੀ, ਮੈਂ ਸ਼ਾਇਦ ਪਹਿਲਾਂ ਵੀ ਸ਼ੇਅਰ ਕੀਤਾ ਹੋਏਗਾ, ਤੇ ਬਹੁਤ ਗੁਣਵਾਨ ਪਰਸਨੈਲਿਟੀ ਹੈ ਔਰ ਉਹਨਾਂ ਦਾ ਆਪਣਾ ਜੀਵਨ ਵੀ ਬਹੁਤ ਅੱਛਾ, ਤੇ ਉਹ ਸਟੂਡੈਂਟਸ ਨੂੰ ਵੀ ਬਹੁਤ ਅੱਛਾ ਟੀਚਿੰਗਸ ਦਿੰਦੇ ਨੇ। ਤੇ ਇਹ ਵਾਲੀ ਗੱਲ ਉਹਨਾਂ ਨੇ ਸਾਨੂੰ ਆਪਣੀ ਕਲਾਸ ਪੜ੍ਹਾਉਂਦੇ ਹੋਏ ਇੱਕ ਵਾਰੀ ਸੁਣਾਈ ਸੀ, ਇਹ ਵਾਲੀ ਜਿਹੜੀ ਅੱਜ ਸ਼ੇਅਰ ਕੀਤੀ ਹੈ। ਤੇ ਇਹ ਕੁਝ ਐਸਾ ਭਾਣਾ ਵਰਤਿਆ ਪਰਮਾਤਮਾ ਦਾ, ਇਹ ਮੇਰੇ ਨਾਲ ਵੀ ਵਾਪਰ ਗਈ। ਇੱਕ ਵਾਰ ਮੈਂ ਕਿਸੇ ਐਂਟਰੈਂਸ ਇੰਟਰਵਿਊ ਤੇ ਗਿਆ ਸੀਗਾ ਇੰਡੀਅਨ ਨੇਵੀ ਲਈ, ਤੇ ਉੱਥੇ ਇਸ ਤਰ੍ਹਾਂ ਹੀ ਹੋਇਆ, ਮੈਂ ਇਕੱਲਾ ਹੀ ਸਰਦਾਰ ਸੀ, ਤੇ ਉੱਥੇ ਵੀ ਜਿਵੇਂ ਆਮ ਤੌਰ ਤੇ ਲੋਕ ਮਖੌਲ ਕਰ ਲੈਂਦੇ ਕਿ ਸਰਦਾਰ ਜੀ ਤੋਂ ਐਸੇ ਘੁੰਮਣੇ ਫਿਰਨੇ ਆਏ हैं। तो ਉੱਥੇ ਜਦੋਂ ਲਾਸਟ ਸਿਲੈਕਸ਼ਨ ਮੇਰੀ ਹੋਈ ਤਾਂ ਵੀ ਸਾਰਿਆਂ ਨੂੰ ਬਹੁਤ ਹੈਰਾਨੀ ਹੋਈ। ਅਸੀਂ 2 ਲੜਕੇ ਸਿਲੈਕਟ ਹੋਏ ਆਊਟ ਆਫ ਅ ਬੈਚ ਆਫ 63। ਸੋ ਉੱਥੇ ਅਖੀਰ ਤੇ ਜਦੋਂ ਉਹ ਲੋਕਾਂ ਨੇ ਮੈਨੂੰ ਵਧਾਈ ਦਿੱਤੀ, ਤੇ ਉਦੋਂ ਕਈਆਂ ਨੇ ਕਿਹਾ यार हमको पता नहीं था कि तुम भी इतने लायक हो कि तुम सिलेक्ट हो सकते हो। तो SSB ਦਾ ਬੋਰਡ ਸੀ, ਉਹ ਸਰਵਿਸਿਜ਼ ਸਿਲੈਕਸ਼ਨ ਬੋਰਡ ਇੰਡੀਅਨ ਨੇਵੀ ਦਾ, तो ਉਹਦੇ ਚ ਜਦੋਂ ਹੋਇਆ ਤਾਂ ਮੈਂ ਯਾਦ ਕੀਤਾ ਵੀ ਮੈਨੂੰ ਮੇਰੇ ਪ੍ਰੋਫੈਸਰ ਸਾਹਿਬ ਨੇ ਗੱਲ ਸੁਣਾਈ ਸੀ, ਸ਼ਾਇਦ ਉਹ ਮੇਰੇ ਜ਼ਿਹਨ ਚ ਸੀ ਜਾਂ ਉਹ ਕਿਤੇ ਨਾ ਕਿਤੇ ਘਰ ਕਰ ਗਈ ਸੀ, ਉਸ ਤੋਂ ਵੀ ਬਹੁਤ ਪ੍ਰੇਰਨਾ ਮਿਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀਰ ਰੁਪਿੰਦਰ ਸਿੰਘ ਜੀ। ਔਰ ਇਹ ਸੱਚੀ ਗੱਲ ਦੇਖੋ, ਆਪਣੇ ਟੀਚਰ ਕੋਲੋਂ ਇਹਨਾਂ ਨੇ ਸੁਣੀ ਸੀ ਔਰ ਇਹਨਾਂ ਦੇ ਅੰਦਰ ਪ੍ਰੇਰਨਾ, ਔਰ ਕਈ ਹੋਰਾਂ ਨੂੰ ਮੈਂ ਸੋਚਦਾ ਇਹ ਕਿਤਾਬ ਇੰਨੀ ਕਮਾਲ ਦੀ ਹੈ। ਚਲੋ ਅੱਜ ਕੱਲ ਹੁਣ ਸਿਸਟਮ ਬਣ ਗਿਆ, ਅਸੀਂ PDF ਮੰਗਾ ਲੈਂਦੇ ਹਾਂ, PDF ਅਸੀਂ ਪਾ ਵੀ ਦਿਆਂਗੇ, ਪਰ ਮੈਂ ਬੇਨਤੀ ਕਰਾਂਗਾ ਜਦੋਂ ਵੀ ਹਾਲਾਤ ਸੁਖਾਵੇਂ ਹੋਣ, ਆਪਾਂ ਸਾਰੇ ਜਣੇ ਇਹ ਕਿਤਾਬ ਖਰੀਦ ਕੇ ਪੜ੍ਹੀਏ, ਤੇ ਜਿਹਨੂੰ ਅਸੀਂ ਪਿਆਰ ਕਰਦੇ ਹਾਂ ਨਾ, ਉਹਨੂੰ ਇਹ ਕਿਤਾਬ ਗਿਫਟ ਕਰ ਦਈਏ ਜੀ। ਇਹਦਾ ਨਾ ਹੀ ਕਮਾਲ ਦਾ ਜੀਵਨ ਬਦਲ ਗਏ। ਇੱਕ ਇੱਕ ਘਟਨਾ ਜਿਹੜੀ ਹੈ ਉਹ ਸੱਚੀ ਘਟਨਾ ਹੈ। ਭੈਣ ਜੀ ਹਰਪਾਲ ਕੌਰ ਜੀ ਨੇ ਹੋਰ ਗੱਲ ਇਸ ਕਿਤਾਬ ਬਾਰੇ ਲਿਖੀ ਹੈ,
वाहिगुरु जी आवाज आ रही है मेरी जसजोत? हाँ जी। हाँ जी आई थिंक ਅੰਕਲ ਦਾ ਕਨੈਕਸ਼ਨ ਟੁੱਟ ਗਿਆ ਹੈ ਤੇ ਅਸੀਂ ਇੱਥੇ ਹੁਣ ਸਮਾਪਤੀ ਕਰਦੇ ਹਾਂ। ਕੱਲ ਫਿਰ ਜੁੜਾਂਗੇ 7:30 ਵਜੇ 7:15 ਵਜੇ ਆਪਣੀ ਕੀਰਤਨ ਤੇ ਜਾਪ ਤੋਂ ਸ਼ੁਰੂ ਕਰਾਂਗੇ ਤੇ आई थिंक जसोत आ रहे ने अंकल कुछ आइडिया है? नहीं जी नहीं, डिस्कनेक्ट हो गए ने। हाँ जी फिर ਅਸੀਂ ਜੀ ਸਮਾਪਤੀ ਕਰਦੇ ਹਾਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।